ਇਹ ਇਨਸਾਨਾਂ ਵਾਲਾ ਰਾਹ ਕਿਤੇ ਦੂਰ ਰਹਿ ਗਿਆ। ਕਹਿੰਦੇ ਅੰਦਰਲੇ ਇਨਸਾਨ ਨੂੰ ਸੁਣ ਕੇ ਤਾਂ ਵੇਖ ਵੀ ਤੂੰ ਵਹਿਣਾ ਵਿੱਚ ਵਹਿੰਦਾ ਹੁਣ ਕਿੱਥੇ ਆ ਗਿਆ, ਝਾਤੀ ਮਾਰ ਕੇ ਦੇਖ। ਕਿਉਂਕਿ ਸਸਤਾ ਟ੍ਰੀਟਮੈਂਟ ਕਰਾਉਣਾ ਇੰਨਾ ਸੌਖਾ ਨਹੀਂ ਹੈਗਾ। ਸਿਟੀ ਸਕੈਨ ਕਾਫੀ ਕਾਸਟਲੀ ਹੋਣ ਕਰਕੇ ਹਜੇ ਸਾਡੇ ਲਿਮਿਟ ਤੋਂ ਬਾਹਰ ਹੈਗਾ। ਸਿਟੀ ਸਕੈਨ ਦੀ ਕੀਮਤ ਕਰੋੜਾਂ 'ਚ ਹੈਗੀ ਹੈ। ਹਾਂਜੀ 2-3 ਕਰੋੜ ਦੇ ਵਿੱਚ ਸਿਟੀ ਸਕੈਨ ਦੀਆਂ ਮਸ਼ੀਨਾਂ ਆਉਂਦੀਆਂ ਹੈਗੀਆਂ ਅਤੇ ਉਹ ਸਾਡੇ ਅਸੀਂ ਅਫੋਰਡ ਨਹੀਂ ਕਰ ਸਕਦੇ। ਇਸ ਤਾਂ ਲੱਖਾਂ ਵਾਲਿਆਂ 'ਚੋਂ ਥੋੜ੍ਹਾ ਉਹ ਵੀ ਸੰਗਤ ਦੇ ਸਹਿਯੋਗ ਦੇ ਨਾਲ ਸਮਾਨ ਇਕੱਠਾ ਕਰਨ ਵਾਲਿਆਂ 'ਚੋਂ ਹੈਗੇ ਆ। ਕੋਈ ਕਹਿੰਦਾ ਜੀ ਸਾਨੂੰ 5000 ਦੀ ਚੀਜ਼ ਦੱਸ ਦਿਓ ਕਿਵੇਂ ਦੇਈਏ, ਕੀ ਦੇਈਏ ਹੈ ਨਾ। ਕੋਈ ਕਹਿੰਦਾ 10000 ਦੀ, ਕੋਈ ਕਹਿੰਦਾ 20000 ਦੀ, ਕੋਈ ਕਹਿੰਦਾ 2 ਲੱਖ ਦੀ, ਕੋਈ ਕਹਿੰਦਾ ਲੱਖ ਦੀ। 13 ਤੋਂ 14 ਲੱਖ ਦਾ ਖਰਚਾ ਸਿਰਫ ਹੌਸਪੀਟਲ ਦਾ ਸੈਲਰੀਜ਼ ਦਾ ਹੀ ਹੈ। ਕਿ ਲਿਫਟ ਵੀ ਸਾਡੀ ਸਮਾਨ ਆ ਚੁੱਕਿਆ ਪਰਮਾਤਮਾ ਦੀ ਕਿਰਪਾ ਦੇ ਨਾਲ। ਇਹ ਖਾਲਸਾ ਏਡ ਨੇ ਸਪਾਂਸਰ ਕੀਤੀ ਹੈ ਜੀ ਲਿਫਟ। ਹਾਂਜੀ ਅਤੇ ਇੱਧਰ ਅਸੀਂ ਪਲਾਨ ਕੀਤਾ ਕਿ ICU ਅਸੀਂ ਬਣਾਉਣ ਜਾ ਰਹੇ ਹਾਂ। ਕਾਫੀ ਕ੍ਰਿਟੀਕਲ ਪੇਸ਼ੈਂਟਸ, ਕਈ ਵਾਰੀ ਐਕਸੀਡੈਂਟਲ ਕੇਸ ਜਾਂ ਕੋਈ ਇੱਦਾਂ ਦਾ ਪੇਸ਼ੈਂਟ ਜਿਹਨੂੰ ਵੈਂਟੀਲੇਟਰ 'ਤੇ ਰੱਖਣਾ ਹੈਗਾ ਅਤੇ ਇਹ ਸਾਡੀ ਪੋਸਟ OT ਹੈਗੀ ਹੈ। ਆਪਰੇਸ਼ਨ ਥੀਏਟਰ ਤੋਂ ਬਾਅਦ ਜਿੱਦਾਂ ਹੀ ਪੇਸ਼ੈਂਟ ਆਇਆ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਨੂੰ ਇੱਥੇ ਵੈਂਟੀਲੇਟਰ ਦੇ ਉੱਪਰ ਰੱਖਿਆ ਜਾਏਗਾ। ਆਕਸੀਜਨ ਦੀਆਂ ਸਾਰੀਆਂ ਪਾਈਪਸ ਲੱਗਣੀਆਂ ਹੈਗੀਆਂ। ਤਕਰੀਬਨ ਲੱਖਾਂ ਦਾ ਪ੍ਰੋਜੈਕਟ ਹੈਗਾ ਉਹ। 20-25 ਲੱਖ ਦਾ ਪ੍ਰੋਜੈਕਟ ਹੈਗਾ ਜਿਹਦੇ ਪਾਈਪਲਾਈਨਸ ਲੱਗਣੀਆਂ ਆਕਸੀਜਨ ਦੀਆਂ, ਵੈਕਿਊਮ ਦੀਆਂ, CO2 ਦੀਆਂ, NO2 ਦੀਆਂ। ਉਹ ਸਾਰੀਆਂ ਪਾਈਪਸ ਇੱਥੇ ਲੱਗ ਕੇ ਆਉਣਗੀਆਂ। ਇਹ ਅਸਲ ਜਿਹੜੀ ਸੰਸਥਾ ਹੈ ਗੌਰਮੈਂਟ ਦਾ ਕੰਮ ਆ। ਗੌਰਮੈਂਟ ਦਾ ਕੰਮ ਹੈ ਨਾ। ਫਿਰ ਜੇ ਗੌਰਮੈਂਟ ਨੇ ਨਹੀਂ ਕੰਮ ਕਰ ਸਕਦੀ, ਕੰਮ ਸੇ ਕੰਮ ਇਹਨੂੰ ਕਿਸੇ ਚੀਜ਼ ਦਾ ਕੰਸੈਸ਼ਨ ਦਿਓ। ਬਿੱਲ ਇੰਨੇ ਨੇ ਕਿੱਥੋਂ ਪੇ ਕਰਨਗੇ? ਚੰਦਾ ਹੀ ਆਉਂਦਾ, ਉਹ 'ਚੋਂ ਪੈਸੇ ਦੇਣੇ ਆ। ਤਾਂ ਪਲੀਜ਼ ਇਹੀ ਰਿਕੁਐਸਟ ਆ ਗੌਰਮੈਂਟ ਨੂੰ ਵੀ ਕੁਛ ਜਿਹੜੇ ਓਵਰਹੈਡ ਆ ਉਹਨਾਂ ਨੂੰ ਘੱਟ ਕਰ ਦਿਓ, ਇਹਨਾਂ ਦੀ ਹੈਲਪ ਕਰੋ। ਚਲੋ ਅਸੀਂ ਇਹ ਤਾਂ ਨਹੀਂ ਕਰ ਕਮ ਸੇ ਕਮ ਸਾਨੂੰ ਮਾਲਕ ਨੇ ਬਹੁਤ ਕੁਝ ਦਿੱਤਾ ਆ। ਮਾਇਆ ਤਾਂ ਦੇ ਸਕਦੇ ਥੋੜ੍ਹੀ ਬਹੁਤੀ। ਮਾਇਆ ਦੇਣ ਦਾ ਇੱਥੇ ਤੱਕ ਨਹੀਂ, ਪਰ ਉੱਥੇ ਮਾਇਆ ਦੇਤੀ। ਆ ਕੇ ਦੇਖੋਗੇ ਤੁਹਾਨੂੰ ਜੇ ਤੁਸੀਂ 50 ਦਿੱਤੇ 100 ਦਓਗੇ। ਮੈਂ ਰੱਬ ਤੋਂ ਡਰ ਕੇ ਕਹਿੰਦਾ। ਭਾਈ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਹੈ। ਮੈਨੂੰ ਤਾਂ ਇਹੋ ਮਹਿਸੂਸ ਹੋਇਆ ਬੱਚੇ ਦੇਖ ਕੇ ਵੀ ਰੱਬ ਹੀ ਇੱਥੇ ਵਸਦਾ। ਜ਼ਿੰਦਗੀ ਜਦੋਂ ਸ਼ੁਰੂ ਹੁੰਦੀ ਹੈ ਸੋ ਉੱਪਰ ਵਾਲਾ ਪਰਮਾਤਮਾ ਸਾਡੇ ਲਈ ਹਰ ਚੀਜ਼ ਦਾ ਇੰਤਜ਼ਾਮ ਕਰਕੇ ਭੇਜਦਾ ਹੈ। ਚਾਹੇ ਉਹ ਇਹ ਧਰਤੀ ਦੀ ਗੱਲ ਕਰ ਲਈਏ, ਚਾਹੇ ਉਹ ਹਾਵੋ ਹਵਾ ਦੀ ਗੱਲ ਕਰ ਲਈਏ, ਕੁਦਰਤ ਨੇ ਹਰ ਇੱਕ ਚੀਜ਼ ਮੁਹੱਈਆ ਕਰਵਾਈ ਹੈ ਇੱਕ ਚੰਗੀ ਜ਼ਿੰਦਗੀ ਜੀਣ ਦੇ ਲਈ, ਇਨਸਾਨ ਨੂੰ ਇੱਕ ਖੁਸ਼ਨੁਮਾ ਜ਼ਿੰਦਗੀ ਜੀਣ ਦੇ ਲਈ। ਪਰ ਅਸੀਂ ਜ਼ਿੰਦਗੀ ਜੀਂਦੇ ਸ਼ਾਇਦ ਇੰਨੀ ਜ਼ਿਆਦਾ ਅੱਗੇ ਆ ਗਏ ਹਾਂ ਕਿ ਕੁਝ ਲੋੜਾਂ ਅਸੀਂ ਖੁਦ ਵੀ ਪੈਦਾ ਕਰ ਲਈਆਂ, ਕੁਝ ਹਾਲਾਤਾਂ ਨੇ ਪੈਦਾ ਕਰ ਦਿੱਤੀਆਂ ਅਤੇ ਕੁਝ ਇੱਦਾਂ ਦੀਆਂ ਮਜਬੂਰੀਆਂ ਬਣ ਗਈਆਂ ਜਿਸ ਦੇ ਕਰਕੇ ਜ਼ਿੰਦਗੀ ਜਿਹੜੀ ਹੈ ਸੁੱਖ ਨਾਲ ਜਿਉਣੀ ਜਿਹੜੀ ਹੈ ਮੁਸ਼ਕਲ ਹੋ ਜਾਂਦੀ ਹੈ। ਕਈ ਲੋਕ ਤਾਂ ਇੰਨੇ ਜ਼ਿਆਦਾ ਬੇਸਹਾਰਾ ਹੋ ਜਾਂਦੇ ਨੇ ਜਿਨ੍ਹਾਂ ਦੇ ਕੋਲ ਕੋਈ ਆਪਣਾ ਕਹਿਣ ਵਾਲਾ ਨਹੀਂ ਰਹਿੰਦਾ, ਕੋਈ ਉਹਨਾਂ ਨੂੰ ਸਾਂਭਣ ਵਾਲਾ ਨਹੀਂ ਰਹਿੰਦਾ। ਸੋ ਜਦੋਂ ਕੋਈ ਅਜਿਹਾ ਵਿਅਕਤੀ ਜਿਸ ਦਾ ਕੋਈ ਕਹਿ ਲਓ ਕਿ ਕੇਅਰ ਟੇਕਰ ਨਹੀਂ ਰਹਿੰਦਾ, ਜਦੋਂ ਬੇਸਹਾਰਾ ਹੋ ਜਾਂਦਾ ਹੈ, ਮਜ਼ਲੂਮ ਹੋ ਜਾਂਦਾ ਹੈ, ਉਸ ਸਮੇਂ ਇੱਕ ਐਸੀ ਸੰਸਥਾ ਪ੍ਰਭ ਆਸਰਾ ਜਿੱਥੇ ਅਸੀਂ ਖੜ੍ਹੇ ਹਾਂ, ਇਹ ਸੰਸਥਾ ਜਿਹੜੀ ਹੈ, ਅਜਿਹੀਆਂ ਹੋਰ ਵੀ ਸੰਸਥਾਵਾਂ ਨੇ, ਇਹ ਸੰਸਥਾਵਾਂ ਕੰਮ ਆਉਂਦੀਆਂ ਨੇ, ਉਸ ਬੇਸਹਾਰਾ ਦਾ ਸਹਾਰਾ ਬਣਦੀਆਂ ਨੇ, ਉਸ ਨੂੰ ਇੱਕ ਘਰ ਮੁਹੱਈਆ ਕਰਵਾਉਂਦੀਆਂ ਨੇ, ਉਹਨੂੰ ਇੱਕ ਆਪਣਾਪਨ ਜਿਹੜਾ ਉਹ ਮਿਲਦਾ। ਸੋ ਪ੍ਰਭ ਆਸਰਾ ਸੰਸਥਾ ਦੇ ਵਿੱਚ ਅਸੀਂ ਅੱਜ ਸਪੈਸ਼ਲੀ ਪਹੁੰਚੇ ਹਾਂ ਔਰ ਉਹਨਾਂ ਦੇ ਸੰਸਥਾਪਕ ਸਾਡੇ ਨਾਲ ਸਰਦਾਰ ਸ਼ਮਸ਼ੇਰ ਸਿੰਘ ਜੀ ਇੱਥੇ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਹੜੀ ਮੁਸਕਰਾਹਟ ਹੈ ਉਹ ਇੱਕ ਮਨ ਨੂੰ ਸਕੂਨ ਦੇ ਦਿੰਦੀ ਹੈ ਔਰ ਮੇਰੇ ਖਿਆਲ ਨਾਲ ਕਾਫੀ ਲੋਕਾਂ ਨੂੰ ਇਸ ਦੇ ਨਾਲ ਹੀ ਇੱਕ ਚੈਨ ਮਿਲ ਜਾਂਦਾ ਹੋਣਾ ਕਿ ਚਲੋ ਕੋਈ ਇੱਕ ਰੱਬ ਦਾ ਬੰਦਾ ਸਾਨੂੰ ਮਿਲਿਆ ਜਿਹੜਾ ਸਾਡੇ ਵੱਲ ਪਿਆਰ ਦੀ ਨਜ਼ਰ ਨਾਲ ਦੇਖ ਰਿਹਾ, ਮੁਸਕਰਾਹਟ ਨਾਲ ਦੇਖ ਰਿਹਾ। ਨਹੀਂ ਦੇਖੋ, ਤੁਸੀਂ ਚੱਲ ਕੇ ਆਉਂਦੇ ਹੋ ਇਹਦੇ ਨਾਲ ਇਹਨਾਂ ਨੂੰ ਬਹੁਤ ਰਿਲੀਫ ਹੈ ਨਾ, ਮਿਲ ਕੇ ਬੜਾ ਖੁਸ਼ ਹੁੰਦਾ ਕਿ ਸਾਡੀ ਗੱਲ ਸੁਣਨ ਵਾਲਾ ਕੋਈ ਹੈਗਾ ਜੀ। ਵੀ ਜਿਵੇਂ ਵੌਇਸਲੈਸ ਅੱਜ ਜਿਹੜੇ ਹੈ ਨਾ, ਉਹ ਕਹਿੰਦੇ ਵੀ ਸਾਡੀ ਵੌਇਸ ਜਿਹੜੀ ਹੈਗੀ ਹੈ ਨਾ, ਉਹ ਕੋਸ਼ਿਸ਼ ਕਰਦੇ ਆ ਵੀ ਬਾਰ-ਬਾਰ ਕਹਿੰਦੇ ਵੀ ਖੁਸ਼ੀਆਂ ਜਿਹੜੀਆਂ ਹੁੰਦੀਆਂ ਸੀ ਨਾ, ਖੁਸ਼ੀਆਂ ਤਾਂ ਕਹਿੰਦੇ ਮਨਾਉਣੀਆਂ ਜਿਹੜੀਆਂ ਹੈਗੀਆਂ, ਉਹ ਖੁਸ਼ੀਆਂ ਸਾਡੇ 'ਤੇ ਜੇ ਅੱਖਾਂ ਹੀ ਸਾਰੇ ਫੇਰ ਲੀਆਂ ਸਾਰਿਆਂ ਨੇ, ਅਤੇ ਫਿਰ ਸਾਡੀ ਕਾਹਦੀ ਖੁਸ਼ੀ ਰਹਿ ਗਈ। ਪਰ ਜਦੋਂ ਤੁਸੀਂ ਆਉਂਦੇ ਫਿਰ ਉਹਨਾਂ ਨੂੰ ਦੁਬਾਰਾ ਆਸ ਹੋ ਜਾਂਦੀ ਹੈ ਕਿ ਨਹੀਂ ਸਾਡੇ ਸੁਣਨ ਵਾਲੇ ਹੈਗੇ ਆ। ਜਿਵੇਂ ਇਹਨਾਂ 'ਚ ਵਿਚਰਦੇ ਹੈ ਨਾ, ਕੁਛ ਹਾਲਾਤ ਹੀ ਐਸੇ, ਜਿਵੇਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ, ਬਚਪਨ 'ਚ ਸਹਾਰੇ ਦੀ ਲੋੜ ਹੁੰਦੀ ਹੈ ਜੀ। ਕੁਛ ਘਟਨਾ ਐਸੀ ਵਾਪਰ ਗਈ ਛੋਟੀ ਉਮਰ 'ਚ, ਇੰਟਲੈਕਚੁਅਲੀ ਬੰਦਾ ਜਿਹਨੂੰ ਅਸੀਂ ਕਹੀਏ ਵੀ ਵੀਕ ਹੋ ਗਿਆ ਸਾਡਾ ਸਾਥੀ, ਕੁਛ ਹੋ ਗਿਆ, ਐਸੇ ਹਾਲਾਤ ਹੀ ਐਸੇ ਬਣ ਗਏ। ਬਹੁਤ ਸਾਰੇ ਕਾਰਨ ਹੈ ਨਾ ਜਿਹਦੇ ਵਿੱਚ, ਚਿੰਤਾਵਾਂ ਕਰਕੇ ਜਾਂ ਕੁਛ ਟ੍ਰੈਜਡੀ ਕਰਕੇ, ਕੋਈ ਹੈ ਨਾ, ਕੋਈ ਹੋਰ ਬਹੁਤ ਸਾਰੇ ਕਾਰਨ ਹੈ ਜਿਹਦੇ ਕਰਕੇ ਬੰਦਾ ਡਿਪਰੈਸ਼ਨ ਚਲੇ ਗਿਆ। ਉਸ ਵੇਲੇ ਵੀ ਉਹਨੂੰ ਸਹਾਰੇ ਦੀ ਲੋੜ ਹੈ। ਜ਼ਿੰਦਗੀ ਦੇ ਅਖੀਰਲੇ ਸਮੇਂ 'ਚ ਬੰਦੇ ਨੂੰ ਸਹਾਰੇ ਦੀ ਲੋੜ ਹੈਗੀ ਹੈ ਨਾ। ਅਤੇ ਸਾਡੇ ਬਹੁਤ ਸਾਰੇ ਸਾਥੀ ਹੈ ਜਿਨ੍ਹਾਂ ਨੂੰ ਕਿ ਹਮੇਸ਼ਾ ਸਹਾਰੇ ਦੀ ਸਾਡੇ ਲੋੜ ਹੁੰਦੀ ਹੈ ਇੱਕ ਦੂਜੇ ਦੇ,
ਹੈ ਸਾਨੂੰ ਵੀ ਇਹਨਾਂ ਦੀ ਬਹੁਤ ਸਾਰਿਆਂ ਦੀ ਇੱਕ ਦੂਜੇ ਨਾਲ ਜੀਵਨ ਹੀ ਜਿਹੜਾ ਇੱਕ ਦੂਜੇ ਦੇ ਸਪੋਰਟ ਨਾਲ ਚੱਲਦਾ। ਇਵਨ ਪੰਛੀ ਜਿਹੜੇ ਸਾਡੇ ਸਾਥੀ ਜਿਹੜੇ ਜਿਵੇਂ ਕਹ ਲਓ ਰੁੱਖ ਜਿਹੜੇ ਹੈਗੇ ਆ ਮਨੁੱਖ ਦੇ ਏਡੇ ਵੱਡੇ ਸਾਥੀ ਹੈ। ਤੇ ਇਸ ਕਰਕੇ ਸਾਰੇ ਜੇ ਥੋੜ੍ਹਾ ਜਿਹਾ ਵੀ ਅਸੀਂ ਨਿਊਟਰਲ ਹੋ ਕੇ ਸੋਚੀਏ, ਕਹਿੰਦੇ ਹੈ ਇਨਸਾਨ ਜ਼ਿੰਦਗੀ ਦੇ ਇਸ ਰਸਤੇ ਦੇ ਵਿੱਚ, ਜ਼ਿੰਦਗੀ ਦੇ ਸਫ਼ਰ ਦੇ ਥੋੜ੍ਹਾ ਜਿਹਾ ਰੁਕ ਕੇ ਤਾਂ ਦੇਖ ਵੀ ਇਨਸਾਨ ਹੈ ਤੂੰ ਵੀ, ਪਰ ਇਨਸਾਨਾਂ ਵਾਲਾ ਰਾਹ ਤਾਂ ਕਿਤੇ ਦੂਰ ਹੀ ਰਹਿ ਗਿਆ। ਹੁਣ ਜਿਸ ਰਾਹ 'ਤੇ ਤੂੰ ਪੈ ਗਿਆ ਨਾ, ਇਹ ਇਨਸਾਨਾਂ ਵਾਲਾ ਰਾਹ ਕਿਤੇ ਦੂਰ ਰਹਿ ਗਿਆ। ਕਹਿੰਦੇ ਅੰਦਰਲੇ ਇਨਸਾਨ ਨੂੰ ਸੁਣ ਕੇ ਤਾਂ ਵੇਖ ਵੀ ਤੂੰ ਵਹਿਣਾ ਵਿੱਚ ਵਹਿੰਦਾ ਹੁਣ ਕਿੱਥੇ ਆ ਗਿਆ, ਝਾਤੀ ਮਾਰ ਕੇ ਦੇਖ ਵੀ ਇਨਸਾਨ ਦੇ ਸਾਹਮਣੇ ਇਨਸਾਨ ਰੁਲ ਰਿਹਾ ਹੋਵੇ, ਪੰਛੀ ਵੀ ਰੌਲਾ ਪਾ ਦਿੰਦੇ ਆ, ਪਰ ਇਨਸਾਨ ਦੇ ਸਾਹਮਣੇ ਇਨਸਾਨ ਰੁਲ ਰਿਹਾ ਹੋਵੇ ਤੇ ਕੁਰਲਾਹਟ ਮਚੀ ਹੋਵੇ ਤੇ ਆਵਾਜ਼ ਸੁਣ ਨਾ ਰਹੀ ਹੋਵੇ, ਤੇ ਬਹੁਤ ਸਾਰੀਆਂ ਇਹ ਸਾਡੇ ਸਾਹਮਣੇ ਸਵਾਲ ਬਹੁਤ ਹੈ। ਵੱਡੀ ਗੱਲ ਕੀਤੀ ਹੈ ਕਿ ਇੱਕ ਇਨਸਾਨ ਨੂੰ ਅਗਰ ਤਕਲੀਫ ਦੇ ਵਿੱਚ ਹੈ ਕਿਤੇ ਪਿਆ, ਉਸ ਨੂੰ ਦੇਖ ਕੇ ਪੰਛੀ ਵੀ ਰੋਲਾ ਪਾ ਦਿੰਦੇ ਨੇ। ਸੋ ਇਹ ਗੱਲ ਬਿਲਕੁਲ ਸਹੀ ਹੈ। ਕੁਦਰਤ ਨੇ ਹਰ ਇੱਕ ਚੀਜ਼ ਨੂੰ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਜੋੜਿਆ ਹੈ ਕਿ ਤੁਸੀਂ ਕਦੀ ਵੀ ਇਕੱਲੇ ਨਹੀਂ ਹੈਗੇ, ਪਰ ਫਿਰ ਵੀ ਇਕੱਲਾਪਨ ਜਿਹੜਾ ਉਹ ਇਦਾਂ ਮਾਰ ਕਰਦਾ ਹੈ ਕਿ ਮਾਨਸਿਕਤਾ ਹਿਲ ਜਾਂਦੀ ਹੈ, ਜ਼ਿੰਦਗੀ ਹਿਲ ਜਾਂਦੀ ਹੈ, ਔਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਸਾਨੂੰ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਣਾ ਚਾਹੀਦਾ ਹੈ। ਸੋ ਉਸ ਸਮੇਂ ਦੇ ਵਿੱਚ ਅਗਰ ਪ੍ਰਭ ਆਸਰਾ ਸੰਸਥਾ ਜਿਹੜੀ ਹੈ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ, ਸੋ ਬਹੁਤ ਵੱਡੇ ਤੁਸੀਂ ਧੰਨਵਾਦ ਦੇ ਪਾਤਰ ਹੋ। ਸੋ ਬਹੁਤ ਅੱਛਾ ਕੰਮ ਹੈ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਕਿ ਮੈਂ ਸੁਣਿਆ ਸੀਗਾ, ਤੁਹਾਡੇ ਤੋਂ ਵੀ ਸੁਣਿਆ, ਹੋਰ ਵੀ ਚੀਜ਼ਾਂ ਆਪਣੀਆਂ ਕੁਝ ਜਿਹੜਾ ਹੋਰ ਵੀ ਤੁਸੀਂ ਹਸਪੀਟਲ ਦੇ ਵਾਰਡਸ ਬਣਾ ਰਹੇ ਹੋ, ਜਾਂ ਜਿਹੜੇ ਲੋਕਾਂ ਦੇ ਲਈ ਰਹਿਣ ਦੇ ਲਈ, ਜਿਵੇਂ ਪਹਿਲਾਂ ਵਾਲੀ ਇੱਕ ਪੁਰਾਣੀ ਬਿਲਡਿੰਗ ਹੈ ਇਹ, ਇਸ ਦੇ ਵਿੱਚ ਉਨੀ ਜਗ੍ਹਾ ਨਹੀਂ ਰਹੀ ਹੈ, ਲੋਕ ਜ਼ਿਆਦਾ ਹੋ ਗਏ ਨੇ, ਸੋ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਉਹ ਵੀ ਪੇਸ਼ ਆ ਰਹੀਆਂ ਨੇ। ਸੋ ਅੱਜ ਇਸੇ ਕਰਕੇ ਤੁਹਾਡੇ ਕੋਲ ਪਹੁੰਚੇ ਹਾਂ ਕਿ ਅਸੀਂ ਜਾ ਕੇ ਖੁਦ ਦੇਖੀਏ ਔਰ ਦਰਸ਼ਕਾਂ ਨੂੰ ਵੀ ਦਿਖਾਈਏ ਸੋ ਕਿ ਐਕਚੁਅਲ ਦੇ ਵਿੱਚ ਉੱਥੇ ਕੀ ਸਿਚੁਏਸ਼ਨ ਹੈ, ਕਿਹੜੇ ਕੰਮ ਨੇ ਜਿਹੜੇ ਰੁਕੇ ਹੋਏ ਨੇ, ਕਿਹਨਾਂ ਦੇ ਵਿੱਚ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਸੰਗਤਾਂ ਦੀ ਜਿਹੜੀ ਮਦਦ ਦੀ ਲੋੜ ਹੈ, ਔਰ ਕੀ ਉਹਨਾਂ ਦੀਆਂ ਵਜ੍ਹਾਵਾਂ ਨੇ, ਕੀ ਕਾਰਨ ਨੇ। ਸੋ ਕੀ ਤੁਸੀਂ ਇਸ ਦੇ ਬਾਰੇ ਦੱਸਣਾ ਚਾਹੋਗੇ ਤੇ ਕੀ ਹਾਂ, ਨੇਚਰਲੀ ਪਹਿਲੀ ਗੱਲ ਤੇ ਮਤਲਬ ਜਿਹੜਾ ਸਹਾਰਾ ਇਸ ਦਾ ਬਹੁਤ ਵੱਡਾ ਉਹ ਹੈਗੇ ਉਹ ਸਰੋਤੇ ਸਾਡੇ, ਜਿਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਇੱਥੇ ਸਾਡੇ ਕੋਲ ਜਿਹੜਾ ਹਿੱਸਾ ਪਹੁੰਚਦਾ ਹੈ, ਜਿਸ ਦੇ ਨਾਲ ਸੈਂਕੜੇ ਲੋਕ ਠੀਕ ਹੋਏ ਤੇ ਸੈਂਕੜੇ ਲੋਕ ਜਿਹੜੇ ਅੱਜ ਨਾਗਰਿਕ ਹੈਗੇ ਆ ਉਹ ਠੀਕ ਹੋ ਰਹੇ ਆ ਜੀ। ਤੇ ਬਾਕੀ ਜਿਹੜੇ ਤੁਸੀਂ ਆਵਾਜ਼ ਵਿਚਾਰ ਰਹੇ ਹੋ, ਸਲੂਟ ਹੈ ਤੁਹਾਡੀਆਂ ਭਾਵਨਾਵਾਂ ਨੂੰ। ਤੇ ਇਹਨਾਂ ਨੂੰ ਸਭ ਤੋਂ ਵੱਡੀ ਚੀਜ਼ ਜਿਵੇਂ ਨਾ ਇੱਕ ਸ਼ੈਲਟਰ ਵੀ ਚਾਹੀਦਾ, ਠੀਕ ਹੈ, ਖਾਣ ਨੂੰ ਵੀ ਚਾਹੀਦਾ ਹੈਗਾ, ਉਹਦੇ ਵੀ ਅਸੀਂ ਅਰੇਂਜਮੈਂਟ ਇਹਨਾਂ ਦੀ ਲੋੜ ਮੁਤਾਬਕ ਹੁਣ ਲੋੜੀਂਦੇ ਕਰ ਰਹੇ ਹਾਂ, ਕਿਉਂਕਿ ਪਹਿਲੇ ਬਹੁਤ ਛੋਟੇ ਪੈ ਗਏ ਹੁਣ, ਗਿਣਤੀ ਵੱਧ ਗਈ। ਨਾਲ ਦੀ ਨਾਲ ਟ੍ਰੀਟਮੈਂਟ ਦਾ ਤਾਂ ਹੁਣ ਕੋਵਿਡ ਤੋਂ ਬਾਅਦ ਐਡਾ ਵੱਡਾ ਸਵਾਲ ਸਾਡੇ ਸਾਹਮਣੇ ਜਿਹਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਵੀ ਜੇਕਰ ਸਾਡੇ ਮੈਂਬਰ ਜਿਹੜੇ ਸਾਡੇ ਕੋਲ ਪੀੜਤ ਆ ਰਹੇ ਹੈ, ਜਿਹਦੇ ਵਿੱਚ ਬੱਚੇ ਦਿਨਾਂ ਤੋਂ ਲੈ ਕੇ ਮਾਂ ਦੇ ਪੇਟ 'ਚ ਵੀ ਹੁੰਦਾ ਹੈ ਤੇ ਹਰ ਤਰ੍ਹਾਂ ਦੀ ਕਹ ਲਓ ਬਿਮਾਰੀ ਤੋਂ ਪੀੜਤ ਨਾਗਰਿਕ ਇੱਥੇ ਪਹੁੰਚਦਾ ਹੈ, ਤੇ ਉਹਦੇ ਲਈ ਇਲਾਜ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ। ਤੇ ਉਸ ਇਲਾਜ ਦੇ ਲਈ ਜੋ ਇੰਤਜ਼ਾਮ ਕੀਤਾ ਜਾ ਰਿਹਾ ਸੰਗਤ ਦੇ ਸਹਿਯੋਗ ਦੇ ਨਾਲ, ਆਪਾਂ ਕੋਸ਼ਿਸ਼ ਕਰੀਏ ਪਹਿਲਾਂ ਉਹਦਾ ਚੱਕਰ ਲਗਾ ਲਈਏ ਤੇ ਉੱਥੋਂ ਆਪਾਂ ਸ਼ੁਰੂ ਕਰਦੇ ਹਾਂ ਜੀ। ਆ ਜਾਓ, ਅਸੀਂ ਦਰਸ਼ਕਾਂ ਨੂੰ ਉਹ ਜਗ੍ਹਾ ਦਿਖਾਉਂਦੇ ਹਾਂ ਜਿਹੜੀ ਕਿ ਤਿਆਰ ਕੀਤੀ ਗਈ ਹੈ ਸਪੈਸ਼ਲੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਇਲਾਜ ਕਰਵਾਉਣੇ ਮੁਸ਼ਕਲ ਹੋ ਰਹੇ ਨੇ, ਔਰ ਕਿਸ ਤਰੀਕੇ ਦੇ ਨਾਲ ਉਸ ਜਗ੍ਹਾ ਨੂੰ ਤਿਆਰ ਕਰਕੇ ਸਸਤਾ ਜਾਂ ਕਹਿ ਲਓ ਕਿ ਜਿਹੜੇ ਇੰਨੇ ਲੋੜਵੰਦ ਨੇ ਕਿ ਬਿਲਕੁਲ ਪੈਸਾ ਨਹੀਂ ਖਰਚ ਸਕਦੇ, ਉਹਨਾਂ ਨੂੰ ਫ੍ਰੀ ਦੇ ਵਿੱਚ ਇਲਾਜ ਉੱਥੇ ਮੁਹੱਈਆ ਕਰਵਾਇਆ ਜਾ ਰਿਹਾ। ਸੋ ਉੱਥੇ ਕੀ ਇੰਤਜ਼ਾਮਾਂ ਦੀਆਂ ਕਮੀਆਂ ਨੇ ਉਹੀ ਅੱਜ ਦੇਖਣ ਆਏ ਹਾਂ, ਔਰ ਕਿੰਨੇ ਇੰਤਜ਼ਾਮ ਵਧੀਆ ਤਰੀਕੇ ਨਾਲ ਕੀਤੇ ਗਏ ਨੇ ਇਹ ਵੀ ਆਪਾਂ ਜ਼ਰੂਰ ਦੇਖਾਂਗੇ। ਸੋ ਆਜੋ ਸਰ। ਸੋ ਦਰਸ਼ਕੋ, ਹੁਣ ਅਸੀਂ ਪ੍ਰਭ ਆਸਰਾ ਦਾ ਜਿਹੜਾ ਹਸਪੀਟਲ ਬਣਿਆ, ਇੱਕ ਚੈਰੀਟੇਬਲ ਹਸਪੀਟਲ ਬਣਿਆ ਹੋਇਆ ਏਰੀਆ ਤੁਸੀਂ ਕਈ ਵਾਰ ਦੇਖਿਆ ਹੋਊਗਾ, ਬਟ ਜਿਹੜਾ ਹੁਣ ਅੰਡਰ ਕੰਸਟਰਕਸ਼ਨ ਹੈ ਉਹ ਦੇਖਣ ਲਈ ਆਪਾਂ ਆਏ ਨੇ। ਸੋ ਬੀਬੀ ਰਜਿੰਦਰ ਕੌਰ ਜੀ ਸਾਡੇ ਨਾਲ ਇੱਥੇ ਜੁਆਇਨ ਕਰਨਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਜੀ, ਵੈਲਕਮ ਜੀ। ਔਰ ਇਹ ਸਾਨੂੰ ਦੱਸਣਗੇ ਕਿਉਂਕਿ ਵੀਰ ਜੀ ਉਧਰੋਂ ਕਹਿ ਰਹੇ ਸੀਗੇ ਕਿ ਇੱਥੋਂ ਦਾ ਸਾਰਾ ਕੰਮ ਜਿਹੜਾ ਤੁਹਾਡੀ ਨਿਗਰਾਨੀ ਦੇ ਵਿੱਚ ਹੋ ਰਿਹਾ, ਤੁਸੀਂ ਬੈਟਰ ਦੱਸ ਸਕੋਗੇ ਜੀ। ਸੋ ਕਿਹੜਾ ਜਿਹੜੀਆਂ ਚੀਜ਼ਾਂ ਜਿਹੜੀਆਂ ਅੰਡਰ ਕੰਸਟਰਕਸ਼ਨ ਨੇ, ਔਰ ਇਦਾਂ ਦੀ ਜਿਹੜੀ ਚੀਜ਼ ਪ੍ਰੋਬਲਮ ਆ ਰਹੀ ਹੈ ਕਿ ਕੁਝ ਇਦਾਂ ਦੀ ਦਿੱਕਤਾਂ ਆ ਰਹੀਆਂ ਨੇ ਕਿ ਜਿਹੜੀਆਂ ਸੰਗਤਾਂ ਸਹਿਯੋਗ ਵੀ ਕਰ ਰਹੀਆਂ ਉਹ ਨਹੀਂ ਤੁਹਾਡੇ ਤੱਕ ਪਹੁੰਚ ਪਾ ਰਿਹਾ, ਜਿਹਦੇ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਡਿਲੇ ਵੀ ਹੋ ਰਹੀਆਂ ਨੇ। ਸੋ ਕੀ ਐਸੇ ਕੰਮ ਨੇ? ਹਾਂਜੀ, ਜਿਵੇਂ ਆਪਾਂ ਕਹਿ ਰਹੇ ਸੀਗੇ ਕਿ ਇਸ ਨੂੰ ਫਸਟ ਫੇਜ਼ ਸ਼ੁਰੂ ਕਰਨਾ ਹੈ, ਪਰਮਾਤਮਾ ਦੀ ਕਿਰਪਾ ਤੇ ਸਾਰੇ ਸਪੋਰਟਰਸ ਦੀ ਸਹਾਇਤਾ ਦੇ ਨਾਲ ਪਹਿਲਾ ਫੇਜ਼ ਆਪਣਾ ਸਟਾਰਟ ਹੋ ਗਿਆ, ਜਿਹਦੇ ਵਿੱਚ ਸਾਡੇ ਕੋਲ ਹੁਣ 27 ਡਾਕਟਰਸ ਆਪਣੇ ਕੋਲ ਸੇਵਾਵਾਂ ਨਿਭਾ ਰਹੇ ਆ, ਅਲੱਗ-ਅਲੱਗ ਸਪੈਸ਼ਲਿਟੀ ਵਾਲੇ ਤੇ ਸੁਪਰ ਸਪੈਸ਼ਲਿਟੀ ਵਾਲੇ, ਹੈ ਨਾ। ਤੇ ਤਕਰੀਬਨ ਸਾਰੀਆਂ ਹੀ ਚੀਜ਼ਾਂ ਮੋਸਟਲੀ ਹੈਗੀਆਂ ਜਿਹੜੀਆਂ ਜਰਨਲ 'ਚ ਆਪਾਂ ਨੂੰ ਚਾਹੀਦੀਆਂ, ਚਾਹੇ ਔਰਥੋ ਹੋ ਗਈ, ਸਕਿਨ, ENT ਹੋ ਗਈ, ਆਈਜ਼ ਹੋ ਗਿਆ, ਡੈਂਟਲ ਹੋ ਗਿਆ, ਤੇ ਜਰਨਲ ਤਾਂ ਹੈ ਹੀ ਹੈਗਾ, ਤੇ ਫਿਜ਼ੀਓ ਹੋ ਗਈ, ਐਂਡ ਮਤਲਬ ਹਾਰਟ ਵਾਲੇ ਨਿਊਰੋ ਸਰਜਨ ਵੀ ਸਾਡੇ ਕੋਲ ਡਾਕਟਰ ਪਹੁੰਚ ਰਹੇ ਹੈਗੇ ਆ। ਤੇ ਅੱਗੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ OT ਸਟਾਰਟ ਕੀਤੀਆਂ ਜਾਣ, ਤੇ ਡਾਇਗਨੋਸਿਸ ਸੈਂਟਰ ਵੀ ਸਾਡਾ ਅਧੂਰਾ ਜਿਹਾ ਤਾਂ ਚੱਲਦਾ ਹੀ ਹੈ, ਜਿਵੇਂ ਲੈਬ ਹੈਗੀ ਹੈ, TMT ਹੈਗੀ ਹੈ, ਈਕੋ ਅਲਟਰਾਸਾਊਂਡ ਹੋ ਗਿਆ ਸ਼ੁਰੂ, ECG ਹੈਗੀ ਹੈ ਇੱਥੇ, ਤੇ ਬਾਕੀ ਲੈਬਸ ਦੇ ਸਾਰੇ ਟੈਸਟ ਹੈਗੇ ਆ, ਫਾਰਮੇਸੀ
ਪੂਰੇ ਕਾਸਟ ਟੂ ਕਾਸਟ ਮੈਡੀਸਨ ਦਿੱਤੀ ਜਾਂਦੀ ਹੈ, ਬਹੁਤ ਚੀਪਰ ਰੇਟਸ ਤੇ ਹੈਗਾ ਸਾਰਾ ਕੁਝ। ਤੇ OPD ਸਾਰੀ 20 ਰੁਪਏ 'ਚ ਹੈ, ਜਿਹੜੇ ਕਿ ਜਿਹਦੇ ਵਿੱਚ ਕਿ ਸੁਪਰ ਸਪੈਸ਼ਲਿਸਟ ਡਾਕਟਰ ਵੀ ਉਸੇ OPD ਦੇ ਅੰਡਰ ਹੀ ਚੈੱਕ ਕਰਦੇ ਆ, ਚਾਹੇ ਨਿਊਰੋ ਸਰਜਨ ਦੇ ਹੈਗੇ ਆ, ਚਾਹੇ ਹਾਰਟ ਦੇ ਹੈਗੇ ਆ। ਇਹਨਾਂ ਦੇ ਡੇ ਜ਼ਰੂਰ ਅਸੀਂ ਬੰਨੇ ਹੋਏ ਆ, ਬਟ ਕਿਉਂਕਿ ਜਿੱਦਾਂ ਹੀ ਪਬਲਿਕ ਅਪਰੋਚ ਕਰਦੀ ਹੈ, ਅੱਗੇ ਅੱਗੇ ਬਹੁਤ ਨੀਡਸ ਹੈਗੀਆਂ ਉਹਨਾਂ ਦੀਆਂ, ਕਿਉਂਕਿ ਸਸਤਾ ਟ੍ਰੀਟਮੈਂਟ ਕਰਾਉਣਾ ਇੰਨਾ ਸੌਖਾ ਨਹੀਂ ਹੈਗਾ। ਤੇ ਉਹ ਸਾਨੂੰ ਰਿਕੁਐਸਟ ਵੀ ਕਰਦੇ ਆ ਕਿ ਵੀ ਬਿਨਾਂ ਦੇਰੀ OTs ਸ਼ੁਰੂ ਕੀਤੀਆਂ ਜਾਣ, ਤੇ ਈਵਨ ਕਿ CT ਸਕੈਨ ਵਾਸਤੇ ਵੀ ਰਿਕੁਐਸਟ ਆਈ ਹੈ। CT ਸਕੈਨ ਕਾਫੀ ਕਾਸਟਲੀ ਹੋਣ ਕਰਕੇ ਹਜੇ ਸਾਡੇ ਲਿਮਿਟ ਤੋਂ ਬਾਹਰ ਹੈਗਾ, ਹਜੇ ਸਾਡੇ 3rd ਜਾਂ 4th ਫੇਜ਼ ਦੇ ਵਿੱਚ ਜਾਏਗਾ, ਲੇਕਿਨ OT ਸਾਡੇ ਇਹ 2nd ਫੇਜ਼ ਵਿੱਚ। ਕੀਮਤ ਜਿਹੜੀ ਉਸ ਦੀ ਹੁੰਦੀ ਹੈ ਜੋ ਮਸ਼ੀਨਾਂ ਦੀ ਸੀਟੀ ਸਕੈਨ CT ਸਕੈਨ ਦੀ ਕੀਮਤ ਕਰੋੜਾਂ 'ਚ ਹੈਗੀ ਹੈ। ਹਾਂਜੀ, 2-3 ਕਰੋੜ ਦੇ ਵਿੱਚ CT ਸਕੈਨ ਦੀਆਂ ਮਸ਼ੀਨਾਂ ਆਉਂਦੀਆਂ ਹੈਗੀਆਂ, ਤੇ ਉਹ ਸਾਡੇ ਅਸੀਂ ਅਫੋਰਡ ਨਹੀਂ ਕਰ ਸਕਦੇ। ਇਸ ਤਾਂ ਲੱਖਾਂ ਵਾਲਿਆਂ 'ਚੋਂ ਥੋੜ੍ਹਾ ਉਹ ਵੀ ਸੰਗਤ ਦੇ ਸਹਿਯੋਗ ਦੇ ਨਾਲ ਸਮਾਨ ਇਕੱਠਾ ਕਰਨ ਵਾਲਿਆਂ 'ਚੋਂ ਹੈਗੇ ਆ, ਤੇ ਉਹਦੇ ਵਿੱਚ ਹੀ ਅਸੀਂ ਹੁਣ OT ਵਾਸਤੇ, ਆਪਰੇਸ਼ਨ ਥੀਏਟਰਸ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਪਰਮਾਤਮਾ ਦੀ ਕਿਰਪਾ ਦੇ ਨਾਲ IOT ਅੱਛੇ ਲੈਵਲ ਤੇ ਸਾਡੀ ਵਿਦਿਨ ਅ ਮੰਥ ਸ਼ੁਰੂ ਹੋ ਜਾਏਗੀ, ਕਿਉਂਕਿ ਸਾਨੂੰ ਉਹਨਾਂ ਵਾਸਤੇ ਸਪਾਂਸਰ ਲੱਭ ਗਏ ਹੈਗੇ ਆ। ਮੈਂ ਨਾ ਇਹ ਦੇਖਦਾ ਹੁੰਦਾ, ਕਈ ਵਾਰੀ ਤੁਹਾਡੀਆਂ ਵੀਡੀਓਜ਼ ਆਉਂਦੀਆਂ, ਵੀਰ ਜੀ ਦੀਆਂ ਵੀਡੀਓ ਆਉਂਦੀਆਂ ਨੇ, ਤੇ ਉਹਦੇ ਵਿੱਚ ਤੁਸੀਂ ਕਈ ਵਾਰ ਰਾਤ ਨੂੰ ਵੀ ਸੇਵਾ ਨਿਭਾ ਰਹੇ ਹੁੰਦੇ ਹੋ, ਕਦੀ ਦਿਨੇ ਵੀ। ਆਪਾਂ ਜਦੋਂ ਵੀ ਇੱਥੇ ਵੀ ਵਿਜ਼ਿਟ ਕਰੀਦਾ ਉਦੋਂ ਵੀ ਕਈ ਵਾਰ ਇਹ ਹੁੰਦਾ ਹੈ ਕਿ ਸਾਨੂੰ ਵੀ ਵੇਟ ਕਰਨੀ ਪੈ ਜਾਂਦੀ ਹੈ ਲਗਾਤਾਰ, ਕਦੀ ਇੱਕ ਨੂੰ ਮਿਲ ਰਹੇ ਹੋ, ਕਦੀ ਕੋਈ ਕੰਮ ਦੇਖ ਰਹੇ ਹੋ, ਕਦੀ ਕੁਛ। ਸੋ ਮੈਂ ਇਹ ਪੁੱਛਣਾ ਚਾਹੁੰਦਾ, ਇੰਨੀ ਜ਼ਿਆਦਾ ਹਿੰਮਤ ਕਿਵੇਂ ਇਕੱਠੀ ਕਰਦੇ ਹੋ? ਸੋ ਇੰਨਾ ਜ਼ਿਆਦਾ ਵਰਕ ਵੀ ਕਰਦੇ ਹੋ, ਸਾਰੀ ਚੀਜ਼ਾਂ ਨੂੰ ਦੇਖਦੇ ਹੋ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਉਹ ਨੇ, ਔਰ ਇਹ ਹਿੰਮਤ ਕਰਕੇ ਇੰਨਾ ਕੁਝ ਹੁਣ ਤੱਕ ਕੀਤਾ ਵੀ ਹੈ, ਔਰ ਉਹਨੂੰ ਹੈਂਡਲ ਵੀ ਕਰ ਰਹੇ ਹੋ। ਸੋ ਕਿਵੇਂ? ਮੈਂ ਨਾ ਅੱਜ ਹੀ ਥੋੜ੍ਹੀ ਦੇਰ ਪਹਿਲਾਂ ਹੀ ਨਾ ਸਾਡੀ ਇੱਕ ਸੇਵਾਦਾਰ ਹੈਗੇ ਆ, ਉਹਨਾਂ ਨਾਲ ਡਿਸਕਸ ਕਰ ਰਹੀ ਸੀ। ਮੈਂ ਉਹਨਾਂ ਨੂੰ ਇਹੀ ਕੰਮ ਦਿੱਤਾ ਹੈ ਕਿ ਵੀ ਤੁਸੀਂ ਕੋਟੇਸ਼ਨਸ ਲੈਣੀਆਂ, ਅਤੇ ਆਪਾਂ ਨੇ ਉਹਨਾਂ ਨੂੰ ਨਾਲੇ ਤਾਂ ਬੰਦੇ ਵੈਂਡਰ ਦੱਸਣੇ ਹੈ ਵੀ ਕਿੱਥੋਂ ਸਮਾਨ ਮਿਲੇਗਾ ਅਤੇ ਕਿੰਨੇ ਤੋਂ ਚੀਪੈਸਟ ਮਿਲੇਗਾ ਅਤੇ ਅੱਛੀ ਕੁਆਲਿਟੀ ਦਾ ਮਿਲੇਗਾ। ਇਹ ਚੀਜ਼ ਅਸੀਂ ਆਪਣੇ ਸਪਾਂਸਰ ਨੂੰ ਦੱਸਣੀ ਹੈ, ਸਾਡੀ ਜ਼ਿੰਮੇਵਾਰੀ ਹੈ, ਤਾਂ ਕਿ ਉਹਨੂੰ ਖੱਜਲ ਨਾ ਹੋਣਾ ਪਵੇ, ਉਹਨਾਂ ਨੂੰ ਪ੍ਰੋਬਲਮ ਨਾ ਆਵੇ। ਐਂਡ ਸ਼ੀ ਵਾਜ਼ ਟਾਕਿੰਗ ਕਿ ਵੀ ਮੈਂ ਨਾ ਹੁਣੇ ਵੀ ਦੇਖ ਰਹੀ ਸੀਗੀ ਵੀ ਆਪਾਂ ਨੇ ਥੋੜ੍ਹੀ ਦੇਰ ਹੋਈ ਹੈ ਵੀ ਮਹੀਨਾ ਕੁ ਹੀ ਹੋਇਆ ਵੀ ਇਸ ਪ੍ਰੋਜੈਕਟ ਨੂੰ ਆਪਾਂ ਨੇ ਹੱਥ ਵਿੱਚ ਲਿਆ ਕਿ ਵੀ ਆਪਾਂ ਨੇ OT ਦਾ ਕੰਮ ਸ਼ੁਰੂ ਕਰਨਾ ਹੈ। ਐਂਡ ਮੈਮ ਆਪਾਂ ਨੂੰ ਸਪਾਂਸਰ ਹੌਲੀ ਹੌਲੀ ਮਿਲਦੇ ਜਾ ਰਹੇ ਹੈ। ਕਹਿੰਦੀ ਵੀ ਮੈਂ ਇਹੀ ਸੋਚ ਰਹੀ ਸੀ ਕਿ ਵੀ ਇਹ ਕਿੱਦਾਂ ਆ ਰਹੇ ਹੈਗੇ ਹੈ ਨਾ। ਕੋਈ ਕਹਿੰਦਾ ਜੀ ਸਾਨੂੰ 5000 ਦੀ ਚੀਜ਼ ਦੱਸ ਦਿਓ ਕਿਵੇਂ ਦਈਏ, ਕੀ ਦਈਏ ਹੈ ਨਾ। ਕੋਈ ਕਹਿੰਦਾ 10000 ਦੀ, ਕੋਈ ਕਹਿੰਦਾ 20000 ਦੀ, ਕੋਈ ਕਹਿੰਦਾ 2 ਲੱਖ ਦੀ, ਕੋਈ ਕਹਿੰਦਾ ਲੱਖ ਦੀ। ਤੇ ਮਤਲਬ ਉਹ ਸਾਡੇ ਕੋਲ ਅਪਰੋਚ ਕਰਦੇ ਆ। ਇਹ ਕੌਣ ਭੇਜਦਾ? ਪਰਮਾਤਮਾ। ਇਸ ਪਰਮਾਤਮਾ ਦੀ ਮਿਹਰ ਹੈ, ਕਿਰਪਾ ਹੈ। ਫਿਰ ਮੈਂ ਉਹਨੂੰ ਕਿਹਾ ਇੱਕ ਤੁਹਾਡੀ ਪੋਜ਼ਿਟਿਵ ਵਾਈਬਸ ਹੁੰਦੀਆਂ, ਇੱਕ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ। ਇਹ ਵੀ ਚਲੋ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੇ, ਅੱਛੇ ਸੰਸਕਾਰ ਕਿਰਪਾ ਤੋਂ ਬਿਨਾਂ ਨਹੀਂ ਮਿਲਦੇ ਹੈ ਨਾ। ਮਾਂ-ਬਾਪ ਦਾ ਤੁਹਾਡਾ ਬਹੁਤ ਵੱਡਾ ਰੋਲ ਹੁੰਦਾ ਹੈਗਾ, ਅਤੇ ਉੱਤੋਂ ਪਰਮਾਤਮਾ ਦੀ ਜਦੋਂ ਵਰਖਾ ਹੋ ਰਹੀ ਹੁੰਦੀ ਕਿਰਪਾ ਦੀ, ਅਤੇ ਤੁਹਾਡੀ ਸੋਚ ਚੰਗੀ ਹੈ, ਤਾਂ ਉਹ ਹੈਲਪ ਕਰਨ ਲਈ ਸਾਡੇ ਪਹਿਲਾਂ ਮੈਂ ਕਿਹਾ ਵੀ ਅਸੀਂ ਜਿਸ ਗੱਲ ਨੂੰ ਸਵੇਰੇ ਸੋਚਦੇ ਹਾਂ ਨਾ, ਉਹ ਸਾਡੀ ਥੋੜ੍ਹੀ ਦੇਰ ਦੇ ਵਿੱਚ ਪੂਰੀ ਹੋਣ ਵਾਲੀ ਹੋ ਜਾਂਦੀ ਹੈ। ਇਹ ਕਿਉਂ? ਕਿਉਂਕਿ ਪਰਮਾਤਮਾ ਦਾ ਇਹ ਘਰ ਹੈ, ਉਹਦਾ ਆਪਣਾ ਘਰ ਹੈ। ਉਹ ਕਹਿੰਦਾ ਵੀ ਸਾਨੂੰ ਥਾਪੜਾ ਦਿੰਦਾ ਹੈ ਕਿ ਵੀ ਹਾਂ ਤੁਸੀਂ ਚਲੋ ਤੁਸੀਂ ਕਰੋ ਅਤੇ ਮੈਂ ਤੁਹਾਡੇ ਨਾਲ ਹਾਂ। ਅਤੇ ਉਹੀ ਹੋ ਰਿਹਾ, ਭਾਵੇਂ ਉਹ ਜਿਸ ਦਿਨ ਇਹਦੀ ਨੀਂਹ ਪੱਥਰ ਰੱਖਿਆ ਗਿਆ ਸੀ ਜਾਂ ਉਸ ਤੋਂ ਬਾਅਦ ਚੱਲ ਰਿਹਾ ਹੈਗਾ, ਹੁਣ ਵੀ ਉੱਦਾਂ ਹੀ ਵਿਚਰਿਆ ਕਿ ਉਹ ਦਇਆ, ਉਹਦੀ ਕਿਰਪਾ, ਮਿਹਰ ਅਤੇ ਸਾਰੇ ਸਪੋਰਟਰਸ ਦੀ ਮਤਲਬ ਇਹ ਟੀਮ ਵਰਕ ਹੈ। ਉਹੀ ਸ਼ਾਇਦ ਤੁਹਾਨੂੰ ਐਨਰਜੀ ਦਿੰਦਾ ਹੈ, ਜਿਵੇਂ ਮੈਂ ਕਿਹਾ ਕਿ ਪਤਾ ਨਹੀਂ ਸੌਂਦੇ ਕਿਹੜੇ ਵੇਲੇ ਹੋ ਤੁਸੀਂ, ਦਿਨ ਰਾਤ ਬਹੁਤ ਜ਼ਿਆਦਾ। ਕਿਉਂਕਿ ਅੱਜ ਵੀ ਮੇਰੀ ਕਜ਼ਨ ਹੁਣ ਵਲੰਟੀਅਰ ਕਰਨ ਆਉਂਦੇ ਹੈਗੇ ਆ, ਐਂਡ ਸ਼ੀ ਵਾਜ਼ ਸੇਇੰਗ ਯੂ ਨੀਡ ਰੈਸਟ। ਕਹਿੰਦੀ ਤੁਹਾਨੂੰ ਰੈਸਟ ਚਾਹੀਦੀ ਹੈ। ਮੈਂ ਕਿਹਾ ਹਾਂ ਰੈਸਟ ਮਿਲੇਗੀ ਰਾਤ ਨੂੰ। ਮੈਂ ਕਿਹਾ ਮੇਰੀ ਉਸ ਟਾਈਮ ਤੱਕ ਉੱਥੇ ਪਹੁੰਚ ਹੀ ਜਾਣਾ। ਮਤਲਬ ਹੌਲੀ ਹੌਲੀ ਕਰਦੇ ਕਰਦੇ ਉੱਥੇ ਪਹੁੰਚ ਜਾਂਦਾ। ਮਤਲਬ ਉਸ ਲੈਵਲ ਦੀ ਐਨਰਜੀ ਪਰਮਾਤਮਾ ਦਿੰਦਾ ਹੀ ਰਹਿੰਦਾ। ਅਤੇ ਜੇ ਕੋਈ ਕਹਿੰਦਾ ਵੀ ਹੈ ਨਾ ਰੈਸਟ ਕਦੋਂ ਕਰਨੀ, ਹਾਂਜੀ ਰਾਤ ਨੂੰ ਮਿਲ ਜਾਏਗੀ। ਕਈ ਵਾਰੀ ਇੱਦਾਂ ਦੇ ਸਿਚੁਏਸ਼ਨਸ ਹੁੰਦੀਆਂ ਕਿ ਕੋਈ ਬੱਚਾ ਕਰੈਡਲ 'ਚ ਆ ਗਿਆ ਅਤੇ ਕੁਛ ਐਮਰਜੈਂਸੀ ਹੋ ਗਈ, ਕੋਈ ਸਾਡਾ ਪੇਸ਼ੈਂਟ ਬਹੁਤ ਜ਼ਿਆਦਾ ਢਿੱਲਾ ਹੋ ਗਿਆ, ਜਾਂ ਕੋਈ ਐਡਮਿਸ਼ਨ ਕਰਨੀ ਪੈ ਗਈ ਰਾਤ ਨੂੰ, ਕੋਈ ਲੇਡੀ ਇੱਦਾਂ ਮਿਲੀ ਹੈ, ਅਬੈਂਡਨ ਮਿਲੀ ਹੈ, ਅਤੇ ਫਿਰ ਉਦੋਂ ਅਸੀਂ ਉੱਠ ਕੇ ਸਾਰੇ ਇਹ ਕੰਮ ਕਰਨੇ ਹੀ ਹੁੰਦੇ ਆ। ਅਦਰਵਾਈਜ਼ ਸਾਰਿਆਂ ਦੀਆਂ ਡਿਊਟੀਆਂ ਫਿਕਸ ਹੈਗੀਆਂ, ਇੰਪਲੋਇਜ਼ ਹਾਇਰਡ ਕੀਤੇ ਹੈ ਜਿਨ੍ਹਾਂ ਦੀਆਂ ਲੱਖਾਂ ਹੀ ਸੈਲਰੀਜ਼ ਹੈਗੀਆਂ। ਸਾਡਾ ਇੱਧਰ ਅਸੀਂ ਕੱਲ੍ਹ ਹੀ ਡਿਸਕਸ ਕਰ ਰਹੇ ਸੀਗੇ ਕਿ ਤਕਰੀਬਨ 13 ਤੋਂ 14 ਲੱਖ ਦਾ ਖਰਚਾ ਸਿਰਫ ਹੌਸਪੀਟਲ ਦਾ ਸੈਲਰੀਜ਼ ਦਾ ਹੀ ਹੈ।
ਹਰ ਮਹੀਨੇ ਦਾ। ਤੇ ਇਹ ਮਤਲਬ ਅਸੀਂ ਤਾਂ ਕਰ ਨਹੀਂ ਸਕਦੇ, ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਰੈਗੂਲਰ ਸਾਨੂੰ ਸਪੋਰਟ ਕਰਦੇ ਆ, ਜਿਸ ਕਾਰਨ ਕਰਕੇ ਅਸੀਂ ਇਹ ਕਰ ਪਾ ਰਹੇ ਹਾਂ। ਔਰ ਇਸ ਦੇ ਨਾਲ ਜਿਹੜੇ ਤਾਂ ਲੋਕੀ ਬੇਸਹਾਰਾ ਸੀਗੇ, ਜਿਨ੍ਹਾਂ ਨੂੰ ਲੋੜ ਸੀ ਇੱਕ ਮਦਦ ਦੀ, ਸਹਾਇਤਾ ਦੀ, ਉਹਨਾਂ ਨੂੰ ਤੇ ਮਿਲ ਹੀ ਰਹੀ ਹੈ। ਉਸ ਦੇ ਨਾਲ ਨਾਲ ਬਹੁਤ ਸਾਰੇ ਘਰ ਵੀ ਚੱਲ ਰਹੇ ਨੇ, ਯਾਨੀ ਕਿ ਇੱਕ ਰੁਜ਼ਗਾਰ ਵੀ ਜਿਹੜਾ ਪ੍ਰਭ ਆਸਰਾ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ। ਹਾਂਜੀ ਬਿਲਕੁਲ ਜੀ, ਇਹ ਨੀਡ ਹੈਗੀ ਹੈ ਹਰ ਇੱਕ ਇਨਸਾਨ ਦੀ। ਅਸੀਂ ਗੱਲਾਂ ਘੱਟ ਕਰਦੇ ਹਾਂ ਵੀ ਅਸੀਂ ਤੁਹਾਨੂੰ ਇੰਨਾ ਦੇਵਾਂਗੇ ਇੰਨਾ ਦੇਵਾਂਗੇ, ਅਸੀਂ ਆਪਣੀ ਬੇਨਤੀ ਜ਼ਰੂਰ ਉਹਨਾਂ ਅੱਗੇ ਰੱਖੀ ਦੀ ਹੈ ਕਿ ਇਹ ਘਰ ਮਤਲਬ ਸਭ ਦੀ ਸਪੋਰਟ ਦੇ ਨਾਲ ਹੀ ਹੈਗਾ, ਚੱਲਦਾ ਹੈਗਾ। ਤੇ ਆਪ ਜੀ ਨੂੰ ਅਸੀਂ ਇੰਨਾ ਕੁ ਪੇ ਕਰ ਸਕਦੇ ਹਾਂ ਤੇ ਹੱਸ ਕੇ ਕਈ ਆਫਰ ਅਸੈਪਟ ਕਰਦੇ ਆ, ਬਿਕੋਜ਼ ਕਈ ਵਾਰੀ ਇੱਦਾਂ ਹੁੰਦਾ, ਮੇਰੇ ਕਾਫੀ ਇਵਨ ਕਿ ਮੇਰੇ 1-2 ਬੱਚੇ ਵੀ ਜਿਨ੍ਹਾਂ ਨੇ ਬਾਹਰ ਜਾ ਕੇ ਨੌਕਰੀ ਕੀਤੀ, ਉਹ ਬਹੁਤ ਵੱਡੀਆਂ ਵੱਡੀਆਂ ਫੜਾਂ ਮਾਰਦੇ ਆ, ਅਸੀਂ ਤੁਹਾਨੂੰ ਇੰਨਾ ਦੇਵਾਂਗੇ ਇੰਨਾ ਦੇਵਾਂਗੇ, ਫਿਰ ਸੈਲਰੀਜ਼ ਟਾਈਮ 'ਤੇ ਦੇਣੀਆਂ ਨਹੀਂ, ਸੈਲਰੀਜ਼ ਪੇ ਨਹੀਂ ਕਰਨੀਆਂ, ਹੈ ਨਾ। ਅਤੇ ਇਵੇਂ ਮੁਲਾਜ਼ਮ ਵੀ ਕਈ ਸਾਡੇ ਕੋਲ ਵਾਪਸ ਆਏ ਹੈਗੇ ਆ, ਜਿਹੜੇ ਕਹਿੰਦੇ ਸਾਡੇ ਕੋਲ ਹੁਣ ਹਰ ਸਾਲ ਥੋੜ੍ਹੀ ਜਿਹੀ ਇੰਕਰੀਮੈਂਟ ਵੀ ਲਗਾਈ ਦੀ ਹੈ ਅਤੇ ਜਿੰਨੀ ਕੁ ਸਾਡੇ ਕੋਲ ਵਾਜਬ ਬਣਦੀ ਹੈ, ਲੇਕਿਨ ਸੈਲਰੀ ਤਾਂ ਕਦੇ ਕਿਸੇ ਦੀ ਰੁਕੀ ਨਹੀਂ, ਪਰਮਾਤਮਾ ਦੀ ਕਿਰਪਾ। 10 ਤੋਂ ਉੱਪਰ ਨਹੀਂ ਹੋਣ ਦਈਦਾ, 7 ਤੋਂ ਲੈ ਕੇ 10 ਤੱਕ ਸੈਲਰੀਜ਼ ਚੱਲਦੀਆਂ ਹੈਗੀਆਂ। ਇਹ ਵੀ ਇੱਕ ਵਧੀਆ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਜ਼ਰੂਰੀ ਹੈ। ਇਹ ਵਾਲੇ ਵਾਰਡ ਹੈਗੇ ਨੇ ਜਿਹੜੇ ਬਣ ਰਹੇ ਨੇ, ਅੰਡਰ ਕੰਸਟਰਕਸ਼ਨ ਜਾਂ ਇਹ ਹੈ, ਤਾਂ ਤੁਸੀਂ ਸਾਨੂੰ ਇਸ ਦੇ ਬਾਰੇ ਵੀ ਦੱਸੋ ਕਿ ਕੀ ਤਿਆਰੀ ਚੱਲ ਰਹੀ ਹੈ। ਹਾਂਜੀ, ਇਹ ਰੈਨੋਵੇਸ਼ਨ ਕੀਤੀ ਹੈਗੀ ਹੈ। ਜਿਵੇਂ ਪਹਿਲਾਂ ਇਹ ਵਾਲਾ ਨਵਾਂ ਅਸੀਂ ਐਡ ਅਪ ਕੀਤਾ ਹੈਗਾ, ਤੇ ਅੱਗੇ ਜਿਹੜੇ ਇਹ ਹਾਲ ਸੀਗੇ ਉਹਨੂੰ ਅਸੀਂ ਜਨਰਲ ਵਾਰਡ ਬਣਾਇਆ। ਕੋਵਿਡ ਦੇ ਵਿੱਚ ਤੇ ਡੇਂਗੂ ਦੇ ਵਿੱਚ ਇਹ ਬਹੁਤ ਜ਼ਿਆਦਾ ਆਮ ਪਬਲਿਕ ਲਈ ਸਹਾਈ ਹੋਇਆ, ਕਿਉਂ ਹੁਣ ਥੋੜਾ ਜਿਹਾ ਕੰਸਟਰਕਸ਼ਨ ਦਾ ਕੰਮ ਚੱਲਣ ਕਰਕੇ ਲਿਫਟ ਵੀ ਸਾਡੀ ਸਮਾਨ ਆ ਚੁੱਕਿਆ ਪਰਮਾਤਮਾ ਦੀ ਕਿਰਪਾ ਦੇ ਨਾਲ। ਇੱਕ ਖਾਲਸਾ ਏਡ ਨੇ ਸਪਾਂਸਰ ਕੀਤੀ ਹੈ ਜੀ ਲਿਫਟ, ਹਾਂਜੀ, ਤੇ ਸਮਾਨ ਆ ਚੁੱਕਿਆ ਤੇ ਇਹ ਜਲਦੀ ਇੰਸਟਾਲ ਹੋ ਜਾਏਗੀ। ਤੇ ਇਹਦੇ ਨਾਲ ਹੀ ਇਹ ਸਾਡਾ ਜਨਰਲ ਵਾਰਡ ਵੀ ਲੋੜ ਪੈਣ ਤੇ ਅਸੀਂ ਖੋਲ ਦਿੰਨੇ ਆ, ਤੇ ਇਸ ਵਕਤ ਥੋੜਾ ਕਲੋਜ਼ ਹੈਗਾ। ਜਦੋਂ ਐਕਸੈਸ ਵਿੱਚ ਪੇਸ਼ੈਂਟਸ ਆ ਜਾਂਦੇ ਆ ਤਾਂ ਅਸੀਂ ਇੱਥੇ ਹੀ ਉਹਨਾਂ ਨੂੰ, ਕੋਵਿਡ ਦੇ ਵਿੱਚ ਸਾਨੂੰ ਉਹਨਾਂ ਨੂੰ ਕਿਉਂਕਿ ਅਲੱਗ ਰੱਖਣਾ ਸੀਗਾ ਜਨਰਲ ਵਾਰਡਸ ਦੇ ਨਾਲੋਂ, ਨੀਚੇ ਜਨਰਲ ਵਾਰਡ ਹੋਰ ਵੀ ਹੈਗੇ ਆ ਐਮਰਜੈਂਸੀ ਤੋਂ ਅਲੱਗ, ਫਿਰ ਇੱਥੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਰਹੇ ਹੈਗੇ ਆ। ਇੱਧਰ ਵੀ ਇਹ ਸਾਰਾ ਪੂਰਾ ਵਾਰਡਸ ਬਣਦੇ ਨੇ। ਹਾਂਜੀ, ਇਹ ਹੁਣ ਅਸੀਂ ਸਭ ਤੋਂ ਪਹਿਲਾਂ ਲੇਬਰ ਵਾਰਡ ਦਾ ਸ਼ੁਰੂ ਕਰਨ ਜਾ ਰਹੇ ਹੈਗੇ ਆ, ਕਿਉਂਕਿ ਪ੍ਰੈਗਨੈਂਸੀ ਵਿੱਚ ਸਾਡੇ ਕੋਲ ਰੈਗੂਲਰ ਪੇਸ਼ੈਂਟਸ ਆ ਰਹੇ ਹੈਗੇ ਆ ਅਲਟਰਾਸਾਊਂਡ ਵਾਸਤੇ ਵੀ, ਤੇ ਉਹ ਡਿਮਾਂਡ ਕਰ ਰਹੇ ਕਿ ਸਾਨੂੰ ਕੋਸ਼ਿਸ਼ ਕਰੋ ਕਿ ਲੇਬਰ ਵਾਰਡ ਇੱਥੇ ਹੀ ਤਿਆਰ ਕਰ ਦਿਓ ਤਾਂ ਕਿ ਸਾਨੂੰ ਦੂਰ ਜਾਣਾ ਨਾ ਪਵੇ। ਤੇ ਬਹੁਤ ਜਲਦੀ ਮੈਂ ਕਾਫੀ ਸਮਾਨ ਉਹਦੇ ਲਈ ਤਿਆਰ ਹੋ ਗਿਆ, ਰੈਡੀ ਹੋ ਗਿਆ। ਇਹ ਦੋਨੋਂ ਲੇਬਰ ਵਾਰਡ ਹੋਣਗੇ, ਅੱਗੇ ਉਹਨਾਂ ਦੇ ਰੂਮਸ ਅਵੇਲੇਬਲ ਹੋ ਜਾਣਗੇ। ਤੇ ਇਸ ਤੋਂ ਉੱਪਰ ਅਸੀਂ ਆਪਰੇਸ਼ਨ ਥੀਏਟਰ ਵਾਸਤੇ ਰੈਨੋਵੇਸ਼ਨ ਕਰ ਰਹੇ ਹਾਂ, ਉਹ ਆਪਾਂ ਦੇਖ ਲੈਂਦੇ ਹਾਂ ਚੱਲ ਕੇ। ਹਾਂਜੀ, ਆਓ ਆਪਾਂ ਦੇਖਦੇ ਹਾਂ। ਅਸੀਂ ਜਿਵੇਂ ਨੀਚੇ ਬਰਾਂਡਾ ਸ਼ੁਰੂ ਕੀਤਾ ਸੀ, ਉੱਦਾਂ ਹੀ ਇਹ ਬਰਾਂਡਾ ਬਣਾਇਆ ਹੈਗਾ, ਤੇ ਤਾਂ ਕਿ ਇੱਧਰੋਂ ਪੇਸ਼ੈਂਟਸ ਨੂੰ ਅੰਦਰ ਲਿਜਾਇਆ ਜਾ ਸਕੇ। ਇਹ HDU ਵਾਸਤੇ ਸਾਨੂੰ ਇਹਨੂੰ ਕਲੋਜ਼ ਕਰਨਾ ਪੈਣਾ ਸੀਗਾ, ਅੱਗੇ ਲੇਬਰ ਵਾਰਡ ਹੋਏਗਾ। ਤੇ ਇਹਦੇ ਨਾਲ ਅਸੀਂ ਇੱਕ ਬ੍ਰਿਜ ਉਹ ਸਟੇਅਰਸ ਤੱਕ ਅਸੀਂ ਜੋੜਨ ਜਾ ਰਹੇ ਹਾਂ, MS ਦਾ ਬ੍ਰਿਜ ਹੋਏਗਾ, ਜਿਸ ਦੇ ਨਾਲ ਕਿ ਸਾਨੂੰ ਕਨੈਕਟਿਵ OT ਨੂੰ ਸਰਕੂਲੇਸ਼ਨ ਮਿਲ ਜਾਏਗੀ। ਤੇ ਇੱਧਰੋਂ ਕੁਝ ਡਾਕਟਰਸ ਜਿਵੇਂ ਸਰਜਨ ਹੈਗੇ ਆ, ਬਾਹਰੋਂ ਪੇਸ਼ੈਂਟਸ ਨੇ ਆ ਕੇ ਸਰਜਨਸ ਨੂੰ ਮਿਲਣਾ ਹੈਗਾ, ਤਾਂ ਉਹ ਇੱਥੋਂ ਜਾ ਕੇ ਅੱਗੇ ਮਿਲਣਗੇ ਉਹਨਾਂ ਨੂੰ। ਸੋ ਇੱਥੋਂ ਵੀ ਇਦਾਂ ਇਹ ਰੈਂਪ, ਹਾਂਜੀ ਬਿਲਕੁਲ ਰੈਂਪ ਬਣਾਇਆ ਹੈਗਾ ਤਾਂ ਕਿ ਸਟ੍ਰੈਚਰ ਤੇ ਆਰਾਮ ਨਾਲ ਲਿਆਇਆ ਜਾ ਸਕੇ ਪੇਸ਼ੈਂਟਸ ਨੂੰ। ਜਿਵੇਂ ਲਿਫਟ ਉੱਤੇ ਤੱਕ ਜਾ ਰਹੀ ਹੈ, ਹਾਂਜੀ ਉੱਪਰ ਤੱਕ ਜਾ ਰਹੀ ਹੈ। ਤੇ ਇੱਧਰ ਅਸੀਂ ਪਲਾਨ ਕੀਤਾ ਕਿ ICU ਅਸੀਂ ਬਣਾਉਣ ਜਾ ਰਹੇ ਹਾਂ। ਕਾਫੀ ਕ੍ਰਿਟੀਕਲ ਪੇਸ਼ੈਂਟਸ, ਕਈ ਵਾਰੀ ਐਕਸੀਡੈਂਟਲ ਕੇਸ ਜਾਂ ਕੋਈ ਇੱਦਾਂ ਦਾ ਪੇਸ਼ੈਂਟ ਜਿਹਨੂੰ ਵੈਂਟੀਲੇਟਰ 'ਤੇ ਰੱਖਣਾ ਹੈਗਾ, ਤਾਂ ਅਸੀਂ ਇੱਥੇ 3 ਵੈਂਟੀਲੇਟਰਸ ਵਾਲਾ ICU ਨਾਲ HDU ਦੋਨੋਂ ਹੋਣਗੇ, 6 ਬੈਡਡ ਬਣਾ ਰਹੇ ਹੈਗੇ ਆ। ਤੇ ਨਾਲ ਹੀ ਇਹਦੇ ਇੱਕ ਰੂਮ ਅਟੈਚਡ ਹੈਗਾ ਜਿੱਥੇ ਉਹਨਾਂ ਦੇ ਵਾਸ਼ਰੂਮ, ਸਲੂਸ ਏਰੀਆ ਵਗੈਰਾ ਸਾਰਾ ਅਵੇਲੇਬਲ ਹੋਏਗਾ। ਤੇ ਇਸ ਦੇ ਨਾਲ ਹੀ ਇੱਥੇ ਸਟਾਫ ਏਰੀਆ ਹੈਗਾ। ਤੇ ਉਸ ਤੋਂ ਬਾਅਦ ਇਹ ਵੇ ਸਾਡਾ ਸਿੱਧਾ OTs ਵੱਲ ਜਾ ਰਿਹਾ ਹੈਗਾ। ਠੀਕ ਹੈ ਜੀ। ਸੋ ਇੱਥੋਂ ਇੰਟਰਨਲ ਕਨੈਕਟੀਵਿਟੀ ਰਹੇਗੀ, ਉਹ ਆਊਟਰ ਤੁਸੀਂ ਉੱਥੋਂ ਬ੍ਰਿਜ ਦੇ ਨਾਲ ਬਣਾਓਗੇ। ਹਾਂਜੀ। ਇਹ ਆਪਾਂ ਸਰਜਨਰੀ ਰੂਮ ਬਣਾਇਆ ਜਿੱਥੋਂ ਕਿ ਬਾਹਰੋਂ ਰੈਂਪ ਤੋਂ ਪੇਸ਼ੈਂਟਸ ਆ ਕੇ ਸਰਜਨ ਨੂੰ ਡਾਇਰੈਕਟ ਮਿਲ ਸਕਦੇ ਆ, ਬਿਕਾਜ਼ ਉਹਨਾਂ ਨੂੰ OT ਏਰੀਆ ਵਿੱਚ ਨਹੀਂ ਭੇਜਿਆ ਜਾ ਸਕਦਾ, ਪੇਸ਼ੈਂਟਸ ਦੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ, ਹੈ ਨਾ।
ਤੇ ਇੱਥੋਂ ਫਿਰ ਆਪਣਾ ਜਿਹੜਾ ਬ੍ਰਿਜ ਹੈ ਬਿਲਕੁਲ ਐਂਡ ਤੱਕ ਉੱਦਾਂ ਹੀ ਜਾਏਗਾ ਫਲੋ 'ਚ। ਹਾਂਜੀ ਸੋ ਜਿੰਨੀ ਵੀ ਚੀਜ਼ਾਂ ਜਿਹੜੀਆਂ ਪਲਾਨ ਕੀਤੀਆਂ ਜਾ ਰਹੀਆਂ ਨੇ ਉਹ ਕਿਸ ਹਿਸਾਬ ਦੇ ਪੇਸ਼ੈਂਟਸ ਹੋਣਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਲਕੁਲ ਔਰ ਜੀ। ਕਿਵੇਂ ਉਹਨਾਂ ਨੂੰ ਹੈਲਪ ਮਿਲੇਗੀ ਹਾਂਜੀ। ਉਸ ਦੇ ਹਿਸਾਬ ਨਾਲ ਪਲਾਨ ਕਰ ਰਹੇ ਹੋ। ਮੋਸਟਲੀ ਆਪਾਂ ਕੋਸ਼ਿਸ਼ ਕਰਾਂਗੇ ਕਿ 80% ਪੇਸ਼ੈਂਟਸ ਆਪਣੇ ਇੱਥੇ ਸਾਰੇ ਕਵਰ ਹੋ ਜਾਣ, ਕਿਸੇ ਨੂੰ ਬਾਹਰ ਨਾ ਜਾਣਾ ਪਵੇ ਜੀ। ਇਹ ਸਾਡੀ ਆਪਣੀ ਰਿਕਵਰੀ ਰੂਮਸ ਹੈਗੇ ਆ ਦੋਨੋਂ, ਠੀਕ ਹੈ। ਜਿੱਥੇ ਪੇਸ਼ੈਂਟਸ ਨੂੰ ਪੋਸਟ ਓਟੀ ਤੋਂ ਬਾਅਦ ਉੱਥੇ ਰਿਕਵਰੀ ਲਈ ਰੱਖਿਆ ਜਾ ਸਕਦਾ ਹੈ, ਤਾਂ ਕਿ ਡਾਕਟਰ ਨੇੜੇ ਰਹਿਣਗੇ, ਉਹਨਾਂ ਨੂੰ ਬਾਰ-ਬਾਰ ਚੈੱਕ ਕਰਨਗੇ, ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈਗੀ। ਸਟਾਫ ਇੱਥੇ ਸਾਡਾ ਹਰ ਵਕਤ ਅਵੇਲੇਬਲ ਰਹੇਗਾ, ਹਰ ਵਕਤ ਇਸ ਫਲੋਰ ਦੇ ਉੱਪਰ। ਠੀਕ ਹੈ ਮੈਮ। ਹਾਂਜੀ, ਤੇ ਇਹ ਸਾਡੀ ਪੋਸਟ ਓਟੀ ਹੈਗੀ ਹੈ। ਆਪਰੇਸ਼ਨ ਥੀਏਟਰ ਤੋਂ ਬਾਅਦ ਜਿੱਦਾਂ ਹੀ ਪੇਸ਼ੈਂਟ ਆਇਆ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਨੂੰ ਇੱਥੇ ਵੈਂਟੀਲੇਟਰ ਦੇ ਉੱਪਰ ਰੱਖਿਆ ਜਾਏਗਾ। ਆਕਸੀਜਨ ਦੀਆਂ ਸਾਰੀਆਂ ਪਾਈਪਸ ਲੱਗਣੀਆਂ ਹੈਗੀਆਂ। ਤਕਰੀਬਨ ਲੱਖਾਂ ਦਾ ਪ੍ਰੋਜੈਕਟ ਹੈਗਾ ਉਹ, 20-25 ਲੱਖ ਦਾ ਪ੍ਰੋਜੈਕਟ ਹੈਗਾ, ਜਿਹਦੇ ਪਾਈਪਲਾਈਨਸ ਲੱਗਣੀਆਂ ਆਕਸੀਜਨ ਦੀਆਂ, ਵੈਕਿਊਮ ਦੀਆਂ, CO2 ਦੀਆਂ, NO2 ਦੀਆਂ, ਉਹ ਸਾਰੀਆਂ ਪਾਈਪਸ ਇੱਥੇ ਲੱਗ ਕੇ ਆਣਗੀਆਂ, ਜਿਸ ਦੇ ਨਾਲ ICU 'ਚ ਵੀ, ਐਮਰਜੈਂਸੀ 'ਚ ਵੀ, ਇੱਥੇ ਵੀ, HDU 'ਚ ਵੀ, ਤੇ ਪ੍ਰੀ ਓਟੀ 'ਚ ਵੀ, ਤੇ ਈਵਨ ਕਿ ਇਨ ਦਾ OTs ਆਲਸੋ। ਇਹ ਪ੍ਰੀ ਓਟੀ ਹੈਗੀ ਹੈ। ਠੀਕ ਹੈ। ਹਾਂਜੀ, ਇਹ ਪ੍ਰੀ ਓਟੀ ਹੈ, ਜਿੱਥੇ ਇਹਨਾਂ ਦਾ ਚੇਂਜਿੰਗ ਰੂਮ ਹੈਗਾ ਨਾਲ, ਤੇ ਨਾਲ ਹੀ 2 ਬੈੱਡ ਪ੍ਰੀ ਓਟੀ ਦੇ ਲੱਗਣਗੇ, ਜਿੱਥੇ 2 ਪੇਸ਼ੈਂਟਸ ਨੂੰ ਰੱਖ ਕੇ ਉਹਨਾਂ ਨੂੰ ਤਿਆਰ ਕੀਤਾ ਜਾਏਗਾ ਕਿ ਉਹਨਾਂ ਨੂੰ ਆਪਰੇਸ਼ਨ ਤੋਂ ਪਹਿਲਾਂ ਆਪਰੇਸ਼ਨ ਥੀਏਟਰ 'ਚ ਲੈ ਕੇ ਜਾਣਾ, ਗਾਊਨ ਪਾ ਕੇ ਜਿਹੜੀ ਮੈਡੀਕੇਸ਼ਨ ਦੇਣੀ ਹੈ ਉਹਦੇ ਵਾਸਤੇ ਰੈਡੀ ਕਰਕੇ। ਜਿੰਨੇ ਹੁਣ ਤੱਕ ਜਿੰਨਾ ਅਰੇਂਜਮੈਂਟ ਜਾਂ ਜਿੰਨੀ ਚੀਜ਼ਾਂ ਤੁਸੀਂ ਪ੍ਰਿਪੇਅਰ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕਾਊਂਟ ਨੂੰ ਇਹ ਹੈਂਡਲ ਕਰ ਸਕਦਾ, ਯਾਨੀ ਕਿ ਕਿੰਨੇ ਪੇਸ਼ੈਂਟਸ ਨੂੰ ਹੈਂਡਲ ਕੀਤਾ ਜਾ ਸਕਦਾ? ਜੀ ਹਾਂਜੀ, ਬਿਕੋਜ਼ ਇਹ ਆਪਾਂ ਨੂੰ ਐਮਰਜੈਂਸੀ ਦੇ ਆਧਾਰ 'ਤੇ ਸ਼ੁਰੂ ਕਰਨਾ ਪਿਆ। ਠੀਕ ਹੈ। ਤੇ ਇਹਦੇ ਵਿੱਚ ਤਕਰੀਬਨ ਆਪਾਂ ਡੇਲੀ 3 ਤੋਂ 4 ਪੇਸ਼ੈਂਟਸ ਦਾ ਆਪਰੇਟ ਕਰ ਸਕਦੇ ਹੈਗੇ ਆ। ਤੇ ਇਸ ਦੇ ਨਾਲ ਜਦੋਂ ਆਪਾਂ ਇੱਧਰੋਂ ਰਿਕਵਰੀ 'ਚ ਚਲੇ ਗਏ ਤੇ ਅਦਰ ਹਾਫ 'ਚ ਵੀ ਨਾਲ ਹੀ ਡਾਕਟਰ ਦੂਸਰੇ ਹਾਫ 'ਚ ਵੀ ਸ਼ੁਰੂ ਕਰ ਸਕਦੇ, ਮਤਲਬ 8 ਕੁ ਪੇਸ਼ੈਂਟਸ ਦਾ ਡੇਲੀ ਆਪਰੇਟ ਹੋ ਸਕਦਾ। ਠੀਕ ਹੈ। ਹਜੇ ਇਸ ਕੈਪੈਸਿਟੀ ਦੇ ਨਾਲ ਤੁਸੀਂ ਤੋਂ ਸਟਾਰਟ ਕਰ ਰਹੇ ਹੋ? ਹਾਂਜੀ, 8 ਪੇਸ਼ੈਂਟਸ ਤੋਂ 9 ਪੇਸ਼ੈਂਟਸ ਦਾ ਆਰਾਮ ਦੇ ਨਾਲ ਆਪਰੇਟ ਹੋ ਸਕਦਾ ਹੈ। ਆਈ ਆਪਰੇਸ਼ਨਸ ਅਲੱਗ ਹੋਣਗੇ, ਉਹ ਹਾਂਜੀ ਉਹਦਾ ਏਰੀਆ ਅਲੱਗ ਹੋਏਗਾ ਤੇ ਉਹਦੀ ਰਿਕਵਰੀ ਰੂਮਸ ਅਲੱਗ ਹੋਣਗੇ, ਤੇ ਉਹ ਅਲੱਗ ਹੈ। ਹਾਂਜੀ ਸਰ, ਉਹ ਵਾਲਾ ਅਸੀਂ ਇਹ 3 ਰੂਮ ਸੀਗੇ, 3 ਰੂਮ 'ਚੋਂ ਅਸੀਂ 2 ਰੂਮਸ ਬਣਾ ਰਹੇ ਇਹਨੂੰ ਕੱਟ ਕਰਕੇ। ਇਹ ਵਾਲਾ OT ਹਾਲ ਵੱਡਾ ਕਰ ਰਹੇ ਹਾਂ, ਤੇ ਉਧਰ ਆਰਥੋ ਦੀ OT, ਇਹ ਜਨਰਲ OT ਐਂਡ ਸਾਡੀ ਮਤਲਬ ਮੈਡੀਸਨ ਦਾ ਸਾਰਾ, ਤੇ ਇਵਨ ਲੇਬਰ ਦਾ ਵੀ, ਜੇ ਜਿਵੇਂ ਕਿਸੇ ਦਾ ਸਜੇਰੀਅਨ ਕਰਨਾ ਹੈਗਾ ਉਸ ਲਈ ਵੀ ਅਸੀਂ ਇਸ ਜਨਰਲ OT ਨੂੰ ਯੂਜ਼ ਕਰਾਂਗੇ, ਤੇ ਆਰਥੋ OT ਅਸੀਂ ਦੂਜੀ ਯੂਜ਼ ਕਰਾਂਗੇ। ਇੱਕ ਇਹਦੇ ਵਿੱਚ C ਆਰਮ ਲੱਗਦੀ ਹੈ, ਉਹ ਥੋੜੀ ਕਾਸਟਲੀ ਹੈਗੀ ਹੈ, ਤਕਰੀਬਨ 15 ਤੋਂ 20 ਲੱਖ ਦੇ ਗੇੜ 'ਚ ਹੈਗੀ ਹੈ। ਜਿੱਦਾਂ ਹੀ ਸਾਡੀ C ਆਰਮ ਅਵੇਲੇਬਲ ਹੋ ਜਾਂਦੀ ਹੈ, ਸਾਡੇ ਸਰਜਨ ਅਵੇਲੇਬਲ ਇੱਥੇ ਹੈਗੇ ਹੈ, ਉਹ ਗੋਡੇ ਵੀ ਟ੍ਰਾਂਸਪਲਾਂਟ ਕਰ ਸਕਦੇ ਆ, ਕੋਈ ਵੀ ਕੂਹਣੀਆਂ ਵੀ ਟ੍ਰਾਂਸਪਲਾਂਟ ਕਰ ਸਕਦੇ ਹੈਗੇ ਆ, ਕੋਈ ਵੀ ਪਾਰਟ ਆਫ ਦਾ ਜੁਆਇੰਟ ਜਿਹੜੇ ਹੈਗੇ ਆ। ਤੇ ਜਿਹੜੇ ਜਰਨਲ ਆਰਥੋ ਦੇ ਹੈਗੇ ਆ ਉਹ ਤਾਂ ਹੁਣ ਤੋਂ ਹੀ ਸ਼ੁਰੂ ਕਰ ਸਕਦੇ, ਜਿੱਦਾਂ ਹੀ OT ਸਾਡੀ ਸ਼ੁਰੂ ਹੋ ਗਈ, ਸਾਡੇ ਕੋਲ ਆਰਥੋ ਅਟੈਚਮੈਂਟ ਲਿਆਉਣ ਵਾਲੀ ਬਾਕੀ ਹੈਗੀ, ਉਹ ਵੀ ਜਲਦੀ ਅਵੇਲੇਬਲ ਹੋ ਜਾਏਗੀ। ਤੇ ਬਾਕੀ OT ਇੱਥੇ ਮਤਲਬ ਟੇਬਲਸ ਅਸੀਂ ਆਲਰੇਡੀ ਅਵੇਲੇਬਲ ਕਰ ਲਏ ਹੈਗੇ ਆ। ਤੇ ਕੁਝ ਲਾਈਟਸ, ਸਾਨੂੰ ਡੋਮ ਲਾਈਟਸ ਚਾਹੀਦੀਆਂ ਹੈਗੀਆਂ, ਛੋਟੀਆਂ ਮਸ਼ੀਨਾਂ ਚਾਹੀਦੀਆਂ ਹੈਗੀਆਂ, ਇੱਕ ਸਾਡਾ 에ਅਰ ਹੈਂਡਲਿੰਗ ਯੂਨਿਟ, ਤੇ ਕੁਝ ਸਾਨੂੰ AC ਚਾਹੀਦੇ ਹੈਗੇ ਆ। 에ਅਰ ਹੈਂਡਲਿੰਗ ਯੂਨਿਟ ਵੀ ਕਾਫੀ ਕਾਸਟਲੀ ਹੈਗਾ। ਇੱਕ ਸਾਨੂੰ ਨਾਲ ਹੀ ਬਣਾਉਣਾ CSSD, ਜਿਹਦੇ ਵਿੱਚ ਆਟੋਕਲੇਵ ਹੋ ਕੇ ਸਾਰਾ ਜਿੰਨੇ ਵੀ ਇਕਵਿਪਮੈਂਟਸ ਹੈਗੇ ਆ ਉਹ ਸਾਡੇ ਸਟੋਰਸ ਦੇ ਵਿੱਚ ਆ ਜਾ ਕਰਨਗੇ, ਤਾਂ ਕਿ ਕਿਸੇ ਨੂੰ ਇਨਫੈਕਸ਼ਨ ਹੋਣ ਦਾ ਬਿਲਕੁਲ ਕੋਈ ਡਰ ਨਾ ਹੋਵੇ। ਤੇ ਉਹਦੇ ਵਾਸਤੇ ਕੋਵਿਡ ਦਾ ਟਾਈਮ ਜ਼ਿਆਦਾ ਸਮਝਾ ਗਿਆ ਇਹਨਾਂ ਚੀਜ਼ਾਂ ਨੂੰ। ਵੈਸੇ ਤਾਂ ਹਸਪੀਟਲਸ ਦੇ ਵਿੱਚ ਇਨਫੈਕਸ਼ਨ ਨੂੰ ਲੈ ਕੇ ਪਹਿਲਾਂ ਤੋਂ ਹੀ ਅਰੇਂਜਮੈਂਟਸ ਹੁੰਦੇ ਨੇ, ਬਟ ਹੁਣ ਆਮ ਲੋਕਾਂ ਨੂੰ ਵੀ ਸਮਝ ਆਉਣ ਲੱਗ ਗਈ ਕਿ ਇਨਫੈਕਸ਼ਨਸ ਹਵਾ ਨਾਲ ਫੈਲ ਗਏ। ਬਿਲਕੁਲ ਜੀ, ਇਨਫੈਕਸ਼ਨ ਕਿਸੇ ਵੀ ਤਰ੍ਹਾਂ ਫੈਲ ਸਕਦੀ ਹੈ। ਇਸ ਕਰਕੇ ਅਸੀਂ ਉਹਨਾਂ ਵਾਸਤੇ ਸਟੀਲ ਰੈਕ ਟਾਈਪ 'ਚ ਟਰੋਲੀਜ਼, ਕਲੋਜ਼ਡ ਟਰੋਲੀਜ਼ ਲੈ ਕੇ ਆ ਰਹੇ ਹਾਂ। ਜਿੱਦਾਂ ਹੀ ਸਾਡੇ ਕੋਲ CSSD 'ਚ ਆਟੋਕਲੇਵ ਹੋਣਗੇ ਤੇ ਉਹ ਆਪਣੇ ਸਿਸਟਮ 'ਚ ਜਿੱਦਾਂ ਕਵਰ ਕਰਕੇ 3 ਤੋਂ 4 ਲੇਅਰਸ ਦੇ ਨਾਲ ਕਵਰ ਕਰਕੇ ਸਾਡੀਆਂ ਟਰੋਲੀਜ਼ ਦੇ ਵਿੱਚ ਆ ਜਾਣਗੇ। ਅਸੀਂ ਲਿਫਟ ਦੇ ਰਾਹੀਂ ਇਸ ਸਰਕੂਲੇਸ਼ਨ 'ਚੋਂ ਇਹਨਾਂ ਨੂੰ ਉੱਥੇ ਅਵੇਲੇਬਲ ਕਰਵਾ ਦੇਣਾ ਹੈਗਾ, ਤੇ ਉਸ ਤੋਂ ਬਾਅਦ ਹੀ ਇੱਥੇ ਆ ਕੇ ਖੁੱਲਣਗੇ ਉਹ ਇਕਵਿਪਮੈਂਟ। ਪੂਰੀ ਟਰੋਲੀ ਇੱਥੇ ਆ ਕੇ ਖੁੱਲੇਗੀ।
ਤੇ ਹਾਂਜੀ ਇੱਥੇ ਸਾਡਾ ਸਕਰਬ ਏਰੀਆ ਹੋਏਗਾ, ਉਧਰ ਸਲੂਸ ਏਰੀਆ ਹੈਗਾ ਤੇ ਨਾਲ ਹੀ IOT ਉੱਪਰਲੇ ਪਾਸੇ ਤੇ ਇੱਕ ਪ੍ਰੋਸੀਜਰ ਰੂਮ। ਜਿਵੇਂ ਕਈ ਵਾਰੀ ਕਿਸੇ ਦੇ ਐਕਸੀਡੈਂਟਲ ਕੇਸ ਦੇ ਨਾਲ ਕਾਫੀ ਬਲੀਡਿੰਗ ਹੋ ਰਹੀ ਹੁੰਦੀ ਹੈ ਜਾਂ ਇਨਫੈਕਟਿਡ ਵੂੰਡ ਹੁੰਦਾ ਹੈਗਾ ਜਿਹੜਾ ਕਿ ਆਪਾਂ ਨੇ ਹੀਲ ਕਰਨਾ ਹੁੰਦਾ, ਜਾਂ ਸ਼ੂਗਰ ਦੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ OT ਵਿੱਚ ਲਿਆ ਕੇ ਆਪਾਂ ਇਨਫੈਕਟਿਡ ਏਰੀਆ ਵਿੱਚ ਇਨਫੈਕਸ਼ਨ ਨਹੀਂ ਫੈਲਾ ਸਕਦੇ, ਉਹਨਾਂ ਨੂੰ ਫਿਰ ਪ੍ਰੋਸੀਜਰ ਰੂਮ 'ਚ ਪਹਿਲਾਂ ਸਾਰਾ ਕਲੀਨ ਕਰਕੇ ਉਹਨਾਂ ਦਾ ਉਸ ਲੂਸ ਏਰੀਆ ਛੱਡ ਕੇ ਸਮਾਨ, ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਕਲੀਨ ਕਰਕੇ ਫਿਰ ਲਿਆ ਸਕਦੇ ਹਾਂ। ਤਾਂ ਉਹਦੇ ਵਾਸਤੇ ਪ੍ਰੋਸੀਜਰ ਰੂਮ ਉੱਧਰ ਤੇ ਅਲੱਗ ਹੀ ਇੱਕ IOT ਹੈਗੀ। ਠੀਕ ਹੈ, ਸੋ ਬਹੁਤ ਹੀ ਵਧੀਆ ਜਿਹੜੀ ਪਲੈਨਿੰਗ ਹੈ ਉਹ ਜਿਹੜੀ ਹੋ ਚੁੱਕੀ ਹੈ, ਔਰ ਇਸ ਪਲੈਨਿੰਗ ਨੂੰ ਸਿਰੇ ਤੱਕ ਪਹੁੰਚਾਉਣ ਦੇ ਲਈ ਗੱਲ ਉਹੀ ਹੈ ਕਿ ਕਿਤੇ ਨਾ ਕਿਤੇ ਸੰਗਤਾਂ ਦੇ ਸਹਿਯੋਗ ਦੀ ਲੋੜ ਹਾਂਜੀ, ਹੈ। ਸਾਰੇ ਸੰਗਤ ਦਾ ਬਹੁਤ ਸਹਿਯੋਗ ਦੀ ਲੋੜ ਹੈ, ਬਿਕੋਜ਼ ਡਾਕਟਰਸ ਕਹਿ ਰਹੇ ਸੀਗੇ AHU ਯੂਨਿਟ ਸਾਨੂੰ ਚਾਹੀਦਾ ਹੈਗਾ, ਬਟ ਕਹਿੰਦੇ ਵੀ ਫਿਲਹਾਲ ਆਪਾਂ ਜਿੰਨਾ ਜਲਦੀ ਹੋ ਸਕੀਏ ACs ਲਗਾ ਲਓ, ACs ਲਗਾ ਕੇ ਆਪਾਂ ਹਜੇ ਸ਼ੁਰੂ ਕਰਦੇ ਹਾਂ। ਜਿੱਦਾਂ ਹੀ ਸਾਡੇ ਜੁਆਇੰਟਸ ਦਾ ਆਪਰੇਸ਼ਨ ਹੋਣਾ ਹੈ ਜਾਂ ਲੇਜ਼ਰ ਆਪਰੇਸ਼ਨ ਸ਼ੁਰੂ ਹੋਣੇ ਹੈ, ਉਦੋਂ ਸਾਨੂੰ AH ਯੂਨਿਟ ਚਾਹੀਦਾ ਹੀ ਚਾਹੀਦਾ ਹੈਗਾ। ਸੋ ਅਸੀਂ ਸਾਰਿਆਂ ਦੀ ਸਪੋਰਟ ਦੀ ਮੰਗ ਕਰਦੇ ਹਾਂ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਪੋਸੀਬਲ ਹੈਗਾ, ਤਾਂ ਕਿ ਜਲਦੀ ਤੋਂ ਜਲਦੀ ਆਪਾਂ ਘੱਟ ਤੋਂ ਘੱਟ ਕਾਸਟ 'ਤੇ ਆਪਾਂ ਵਧੀਆ ਟਰੀਟਮੈਂਟ ਕਰਵਾ ਸਕੀਏ, ਤਾਂ ਕਿ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਸਾਡੇ ਕੋਲ ਆਲਰੇਡੀ ਆ ਰਹੇ ਹੈਗੇ ਆ ਉਹਨਾਂ ਦਾ ਲਾਹਾ ਵੀ ਲਿਆ ਜਾ ਸਕੇ, ਤੇ ਜਿਹੜੀ ਆਮ ਪਬਲਿਕ ਹੈਗੀ ਆ ਇਨਹੈਬੀਟੈਂਟਸ ਨੂੰ ਤੇ ਬਾਕੀ ਐਕਸੀਡੈਂਟਲ ਜਿਹੜੇ ਐਮਰਜੈਂਸੀ ਕੇਸਿਸ ਆ ਉਹਨਾਂ ਨੂੰ ਤਾਂ ਬੈਨੀਫਿਟ ਹੁੰਦਾ ਹੀ ਰਹੇਗਾ ਵਿਦਆਊਟ ਐਨੀ ਕਾਸਟ, ਤੇ ਬਟ ਜਿਹੜੇ ਕਿ ਆਮ ਨਾਗਰਿਕ ਹੈਗੇ ਆ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਵੀ ਬਹੁਤ ਨੋਮੀਨਲ ਜੀ ਕਾਸਟ 'ਤੇ ਆਪਾਂ ਇਹ ਆਪਰੇਸ਼ਨ ਵਰਗੀ ਫੈਸਿਲਿਟੀ ਵੀ ਦੇ ਸਕਦੇ ਹੈਗੇ ਆ OPD ਦੇ ਨਾਲ। ਜੀ, ਸੋ ਅਸੀਂ ਵੀ ਇੱਥੇ ਇਹੀ ਦੱਸਣਾ ਚਾਹਾਂਗੇ ਦਰਸ਼ਕਾਂ ਨੂੰ ਕਿ ਗੱਲਾਂ ਜਿਹੜੀਆਂ ਨੇ ਦੂਰੋਂ ਸੁਣ ਕੇ ਸ਼ਾਇਦ ਇੰਨੀਆਂ ਸਮਝ ਨਹੀਂ ਆਉਂਦੀਆਂ, ਜਦੋਂ ਆ ਕੇ ਆਪਣੀ ਅੱਖਾਂ ਦੇ ਨਾਲ ਦੇਖਦੇ ਹਾਂ ਸੋ ਉਦੋਂ ਵੱਧ ਯਕੀਨ ਹੁੰਦਾ ਔਰ ਸਮਝ ਵੀ ਆਉਂਦਾ ਹੈ ਕਿ ਕੀ ਚੱਲ ਰਿਹਾ ਹੈ। ਸੋ ਇਦਾਂ ਦੇ ਬਹੁਤ ਵਾਰੀ ਜਿਹੜੇ ਲੋਕੀ ਗੱਲ ਕਰਦੇ ਨੇ ਕਿ ਉੱਥੇ ਕੀ ਹੋ ਰਿਹਾ ਉਹ ਸ਼ਾਇਦ ਪਤਾ ਨਾ ਹੋਵੇ, ਇਸ ਲਈ ਅਸੀਂ ਇਹ ਕੋਸ਼ਿਸ਼ ਕੀਤੀ ਆਪਣੇ ਦਰਸ਼ਕਾਂ ਨੂੰ ਕਿ ਤਾਂ ਕਿ ਅਸੀਂ ਇਹ ਦਿਖਾ ਸਕੀਏ ਕਿ ਪ੍ਰਭ ਆਸਰਾ ਸੰਸਥਾ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ, ਕਿਹੜੇ ਉਹਨਾਂ ਦੇ ਪਲਾਨਸ ਨੇ ਔਰ ਕਿੰਨਾ ਅਰੇਂਜਮੈਂਟ ਇੱਥੇ ਹੋ ਚੁੱਕਿਆ ਤੇ ਕਿੰਨਾ ਹੋਣਾ ਬਾਕੀ ਹੈ। ਸੋ ਕਿਉਂਕਿ ਸ਼ਮਸ਼ੇਰ ਸਿੰਘ ਜੀ ਦੇ ਨਾਲ ਸਾਡੀ ਅਕਸਰ ਜਦੋਂ ਗੱਲ ਹੁੰਦੀ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਡਿਲੇ ਆਉਂਦੇ ਨੇ, ਦਿੱਕਤਾਂ ਆਉਂਦੀਆਂ ਨੇ ਕਿ ਜਦੋਂ ਪੇਮੈਂਟਸ ਨਾ ਪ੍ਰੋਪਰਲੀ ਆਉਣੀਆਂ, ਮਤਲਬ ਜਿਹੜੇ ਲੋਕੀ ਸਹਿਯੋਗ ਆਪਣਾ ਦੇ ਚੁੱਕੇ ਨੇ, ਜਿਹੜੀਆਂ ਸੰਗਤਾਂ ਦੇ ਚੁੱਕੀਆਂ, ਉਹ ਵੀ ਕਈ ਵਾਰ ਪਹੁੰਚਣ 'ਚ ਕੁਛ ਇੱਕ ਟਰਮਸ ਕੰਡੀਸ਼ਨਸ ਕਰਕੇ ਪ੍ਰੋਬਲਮਸ ਆਉਂਦੀਆਂ ਔਰ ਉਹਦੇ ਨਾਲ ਰੁਕਾਵਟ ਜਿਹੜੀ ਆ ਉਹ ਇਹ ਹੈ। ਤਾਂ ਕਿਤੇ ਨਾ ਕਿਤੇ ਜਿੱਥੇ ਹਸਪੀਟਲ ਦੀ ਗੱਲ ਹੈ, ਹਸਪੀਟਲ ਸ਼ਾਇਦ ਸਾਡੀਆਂ ਸਰਕਾਰਾਂ ਨੂੰ ਵੀ ਪਹਿਲਾਂ ਉੱਦਾਂ ਦੇ ਧਿਆਨ ਦੇ ਲੈਣੇ ਚਾਹੀਦੇ ਸੀ ਕਿ ਹੈਲਥ ਸਿਸਟਮ ਇੰਨਾ ਵਧੀਆ ਹੁੰਦਾ ਕਿ ਇਹਨਾਂ ਚੀਜ਼ਾਂ ਦੇ ਲਈ ਬੰਦੇ ਨੂੰ ਬਹੁਤ ਮਹਿੰਗੇ ਹਸਪਤਾਲਾਂ 'ਚ ਨਾ ਜਾਣਾ ਪੈਂਦਾ, ਪਰ ਫਿਰ ਵੀ ਇੱਕ ਚੰਗੀ ਸ਼ੁਰੂਆਤ ਹੈ। ਸੋ ਇਹ ਚੰਗੀ ਸ਼ੁਰੂਆਤ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਜਲਦੀ ਤੋਂ ਜਲਦੀ, ਤਾਂ ਕਿ ਜਿਹੜੇ ਵੀ ਲੋੜਵੰਦ ਨੇ ਉਹਨਾਂ ਨੂੰ ਸਮੇਂ ਦੇ ਉੱਤੇ ਇਲਾਜ ਮਿਲ ਸਕੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਸਮਾਂ ਨਿਕਲ ਰਿਹਾ। ਸੋ ਹੈ ਨਾ। ਹਾਂਜੀ, ਸਾਡਾ ਇਹੀ ਮਕਸਦ ਹੈਗਾ ਕਿ ਲਾਈਫ ਬਹੁਤ ਛੋਟੀ ਜੀ ਹੈਗੀ ਹੈ, ਪ੍ਰੋਜੈਕਟ ਬਹੁਤ ਵੱਡੇ ਆ, ਸੁਪਨੇ ਬਹੁਤ ਵੱਡੇ ਸਿਰਜ ਕੇ ਬੈਠੇ ਆ ਅਸੀਂ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਸੰਗਤ ਸਾਡੇ ਸੁਪਨਿਆਂ 'ਚ ਸਾਡੇ ਨਾਲ ਸਹਾਈ ਹੁੰਦੀ ਹੈ, ਹੈਲਪਫੁਲ ਹੁੰਦੀ ਹੈ, ਤਾਂ ਆਪਾਂ ਬਹੁਤ ਕੁਝ ਬਹੁਤ ਜਲਦੀ ਕਰ ਸਕਦੇ ਹਾਂ। ਬਿਕੋਜ਼ ਇਸ OT ਦੇ ਤੋਂ ਬਾਅਦ ਮੇਰਾ ਨੈਕਸਟ ਪਲਾਨ ਸੀਗਾ ਕਿ ਅਸੀਂ ਮੈਂਟਲ ਹਸਪੀਟਲ ਬਣਾਇਆ ਜਾਵੇ ਇਹਨਾਂ ਵਾਸਤੇ, ਕਿਉਂਕਿ ਜੇ ਸਟ੍ਰੈਸ ਹੀ ਨਹੀਂ ਹੋਏਗਾ, ਡਿਪਰੈਸ਼ਨ ਹੀ ਨਹੀਂ ਹੋਏਗਾ, ਸੜਕਾਂ 'ਤੇ ਰੁਲਣ ਲਈ ਇਹ ਮਜਬੂਰ ਨਹੀਂ ਹੋਣਗੇ, ਤੇ ਇਹ ਜਦੋਂ ਅਸੀਂ ਜੜ ਫੜ ਲਈ ਕਿਸੇ ਚੀਜ਼ ਦੀ ਤਾਂ ਓਬਵੀਅਸਲੀ ਉਹਦਾ ਇਲਾਜ ਕਰਨਾ ਬਹੁਤ ਜਲਦੀ ਸੌਖਾ ਹੋ ਜਾਂਦਾ ਹੈ, ਤਾਂ ਕਿ ਅੱਗੇ ਉਹ ਡਿਟੋਰੀਏਟ ਨਾ ਹੋਵੇ ਕੰਡੀਸ਼ਨ। ਤੇ ਮੈਂਟਲ ਹਸਪੀਟਲ ਦੇ ਨਾਲ ਹੀ ਅਸੀਂ ਇੱਕ ਓਲਡ ਏਜ ਹੋਮ ਦਾ ਪ੍ਰੋਜੈਕਟ ਲਿਆ ਹੋਇਆ, ਬਿਕੋਜ਼ ਜਿਹੜੇ ਅਸੀਂ ਬਾਹਰ ਦੇਖੀਦੇ ਆ, ਸਾਡੇ ਵੀ ਬਜ਼ੁਰਗ ਉੱਥੇ ਵੀ ਦੇਖਦੇ ਹੈਗੇ ਆ ਕਿ ਜਦੋਂ ਕੋਈ ਧੱਕਾ ਮਾਰਦਾ ਹੈ ਗਿਰ ਜਾਂਦੇ ਆ, ਜਾਂ ਉਹਨਾਂ ਦੀ ਹੀ ਸੋਟੀ ਦੇ ਨਾਲ, ਉਹਨਾਂ ਦੀਆਂ ਹੀ ਫੌੜੀਆਂ ਦੇ ਨਾਲ ਉਹਨਾਂ ਨੂੰ ਕੁੱਟ ਦਿੰਦੇ ਆ ਕਈ ਵਾਰੀ, ਕਿਉਂਕਿ ਉਹ ਮੈਂਟਲੀ ਸਟੇਬਲ ਨਹੀਂ ਹੈਗੇ, ਉਹਨਾਂ ਨੂੰ ਵਿੱਚ ਰੱਖਣਾ ਸੇਫ ਨਹੀਂ ਹੈ ਉਹਨਾਂ ਦੇ ਨਾਲ। ਸਾਨੂੰ ਰਾਤ ਨੂੰ ਟਾਂਕੇ ਲਗਵਾਉਣ ਲੈ ਕੇ ਆਉਣਾ ਪੈਂਦਾ ਹੈਗਾ, ਜਾਂ ਸਿਰ ਫਾੜ ਜਾਂਦਾ, ਜਾਂ ਕੁਝ ਹੋਰ ਹਾਦਸਾ ਹੋ ਜਾਂਦਾ, ਚੂੜਾ ਟੁੱਟ ਜਾਂਦਾ ਹੈਗਾ, ਕਿਸੇ ਦੀ ਬਾਂਹ ਟੁੱਟ ਜਾਂਦੀ, ਕਿਸੇ ਦੀ ਲੱਤ ਟੁੱਟ ਜਾਂਦੀ ਹੈ। ਬਹੁਤ ਰਿਸਕੀ ਹੈਗਾ ਬਜ਼ੁਰਗਾਂ ਵਾਸਤੇ, ਇੱਕ ਉਹਨਾਂ ਦੇ ਮੈਂਟਲ ਪ੍ਰੈਸ਼ਰ ਜਿਹੜਾ ਪੈਂਦਾ ਹੈਗਾ, ਤੇ ਇਸ ਵਾਸਤੇ ਅਸੀਂ ਓਲਡ ਏਜ ਹੋਮ ਦਾ ਪਲਾਨ ਸ਼ੁਰੂ ਕਰ ਚੁੱਕੇ ਹੈਗੇ ਆ। ਉਹ ਕਿੱਦਾਂ ਕੰਸਟਰਕਟ ਕਰਨਾ ਹੈ, ਕੀ ਰਿਕੁਆਇਰਮੈਂਟਸ ਹੈਗੀਆਂ, ਤੇ ਕਿੱਦਾਂ ਸੰਗਤ ਦੇ ਨਾਲ ਅਸੀਂ ਰੂਬਰੂ ਹੋਣਾ ਹੈਗਾ, ਉਹ ਪ੍ਰੋਜੈਕਟ 'ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਸਾਡਾ ਇੱਕ ਪ੍ਰੋਜੈਕਟ ਹੈਗਾ ਕਿ ਸਕਿੱਲ ਡਿਵੈਲਪਮੈਂਟ 'ਤੇ, ਵੋਕੇਸ਼ਨਲ ਡਿਵੈਲਪਮੈਂਟ 'ਤੇ, ਫਿਲਹਾਲ ਅਸੀਂ ਉਹਨੂੰ ਉਸੇ ਏਰੀਏ 'ਚ ਕੋਸ਼ਿਸ਼ ਕਰਾਂਗੇ ਕਿ ਸ਼ੁਰੂ ਕਰੀਏ, ਤੇ ਨਾਲ ਹੀ ਅਸੀਂ ਐਡਵਾਂਸ ਲੈ ਕੇ ਜਾ ਰਹੇ ਹੈਗੇ ਆ
ਹੋ ਸਕਦਾ ਪੋਸੀਬਲੀ ਕਿ ਸਿਸਵਾ ਰੋਡ ਤੇ ਅਸੀਂ ਉਸ ਨੂੰ ਸ਼ੁਰੂ ਕਰੀਏ, ਜਿੱਥੇ ਕਿ ਸਾਡਾ ਮੇਨ ਮਕਸਦ ਹੈ ਕਿ ਇਹਦੇ ਨਾ ਸਿੰਗਲ ਪੇਰੈਂਟਸ ਹੁੰਦੇ ਹੈਗੇ ਆ ਤੇ ਸਪੈਸ਼ਲ ਬੱਚੇ ਹੁੰਦੇ ਆ ਜਿਨ੍ਹਾਂ ਦੀ ਉਹ ਚਾਹ ਕੇ ਵੀ ਚਾਹੁੰਦੇ ਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀਏ, ਆਪਣੇ ਕੋਲ ਰੱਖੀਏ, ਬਟ ਕਿਉਂਕਿ ਉਹਨਾਂ ਨੇ ਵੀ ਨੌਕਰੀਆਂ ਤੇ ਜਾਣਾ ਹੁੰਦਾ ਹੈ ਨਾ, ਜੇ ਉਹ ਕਮਾਣਗੇ ਤਾਂ ਹੀ ਆਪਣੇ ਬੱਚੇ ਨੂੰ ਖਿਲਾਣਗੇ, ਸਾਰਾ ਦਿਨ ਸਪੈਸ਼ਲ ਬੱਚੇ ਦੇ ਨਾਲ ਨਹੀਂ ਬੈਠਿਆ ਜਾ ਸਕਦਾ। ਤੇ ਇੱਕ ਸਪੈਸ਼ਲ ਬੱਚੇ ਨੂੰ ਬਹੁਤ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਹੈ, ਕੋਈ ਗੁਆਂਢੀ ਜਾਂ ਕੋਈ ਰਿਸ਼ਤੇਦਾਰ ਉਹਨਾਂ ਨੂੰ ਰੱਖਣ ਨੂੰ ਤਿਆਰ ਨਹੀਂ ਹੁੰਦੇ। ਈਵਨ ਕਿ ਕਾਫੀ ਫੈਮਲੀਜ਼ ਇੱਦਾਂ ਦੀਆਂ ਦੇਖੀਆਂ ਕਿ ਮਾਂ ਨੇ ਜਨਮ ਦੇ ਕੇ ਉਹਨੂੰ ਛੱਡ ਜਾਂਦੀ ਹੈ ਜਾਂ ਪਿਓ ਛੱਡ ਜਾਂਦਾ ਹੈਗਾ ਮਾਂ ਦੇ ਸਹਾਰੇ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਤੋਂ ਇਹ ਡਰ ਹੁੰਦਾ ਕਿ ਵੀ ਅਸੀਂ ਕਿੱਦਾਂ ਸੰਭਾਲਾਂਗੇ, ਕਿੱਦਾਂ ਦਾ ਬੱਚਾ ਕਿੱਦਾਂ ਦੇ ਬੱਚੇ ਨੇ ਜਨਮ ਲੈ ਲਿਆ। ਉਹਨਾਂ ਦੀ ਸਪੋਰਟ ਵਾਸਤੇ ਅਸੀਂ ਡੇ ਕੇਅਰ ਸੈਂਟਰ ਸ਼ੁਰੂ ਕਰਨਾ ਪਲਾਨ ਕਰ ਰਹੇ ਹੈਗੇ ਹਾਂ, ਜਿੱਥੇ ਉਹਨਾਂ ਦੇ ਬੱਚਿਆਂ ਨੂੰ ਦਿਨ ਵਿੱਚ ਰੱਖ ਕੇ ਸਕਿੱਲ ਡਿਵੈਲਪਮੈਂਟ, ਸਪੈਸ਼ਲ ਐਜੂਕੇਸ਼ਨ ਤੇ ਨਾਲ ਹੀ ਗੇਮਸ ਦੀ ਟ੍ਰੇਨਿੰਗ ਦਿੱਤੀ ਜਾਵੇ, ਤਾਂ ਕਿ ਉਹ ਕਮ ਸੇ ਕਮ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਅਤੇ ਜਿੰਨਾ ਕੁ ਉਹਨਾਂ ਦਾ IQ ਹੈ ਉਹਨੂੰ ਯੂਟੀਲਾਈਜ਼ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਫਿਰ ਤੋਂ ਆਮ ਨਾਗਰਿਕ ਵਾਂਗੂ ਵਿਚਰਨ ਲਈ ਤਿਆਰ ਕੀਤਾ ਜਾ ਸਕੇ। ਬਹੁਤ ਵਧੀਆ। ਔਰ ਮੇਰੇ ਖਿਆਲ ਨਾਲ ਵਾਹਿਗੁਰੂ ਇਹਨਾਂ ਸਾਰੀ ਚੀਜ਼ਾਂ ਨੂੰ ਪੂਰਾ ਕਰਨਗੇ। ਔਰ ਜਦੋਂ ਇੱਕ ਚੰਗਾ ਕੰਮ ਉਹਦੀ ਸੋਚ ਹੁੰਦੀ ਹੈ ਤੇ ਸ਼ੁਰੂਆਤ ਹੁੰਦੀ ਹੈ ਤਾਂ ਉਹਦੇ ਇੱਕ ਇੱਕ ਸਟੈਪ ਦੇ ਨਾਲ ਜਿਹੜਾ ਉਹ ਬਲੈਸਿੰਗਸ ਵੀ ਆਉਂਦੀਆਂ ਜਾਂਦੀਆਂ ਨੇ। ਔਰ ਅਸੀਂ ਹੁਣ ਤੱਕ ਦੇਖਿਆ ਕਿ ਪ੍ਰਭ ਆਸਰਾ ਨੇ ਕਾਫੀ ਅੱਗੇ ਤੱਕ ਲੋਕਾਂ ਦੀ ਸੇਵਾ ਕੀਤੀ ਹੈ ਔਰ ਵਧਿਆ ਫੁੱਲਿਆ ਵੀ ਹੈ, ਪਰਿਵਾਰ ਵੱਡਾ ਹੋਇਆ, ਸੋ ਇਸੇ ਤਰੀਕੇ ਨਾਲ ਵਾਧਾ ਵੀ ਰਹੇਗਾ। ਸੋ ਦਰਸ਼ਕ ਜਿਹੜੇ ਕਿ ਇਹ ਪ੍ਰੋਗਰਾਮ ਦੇਖ ਰਹੇ ਸੀਗੇ ਉਹਨਾਂ ਨੂੰ ਸਪੈਸ਼ਲੀ ਅਸੀਂ ਇਹ ਦਿਖਾਇਆ ਕਿ ਪ੍ਰਭ ਆਸਰਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਔਰ ਕਿਹੜੀ ਕਿਹੜੀ ਰਿਕੁਆਇਰਮੈਂਟਸ ਹੈਗੀਆਂ ਨੇ। ਸੋ ਜਿਹੜੇ ਵੀ ਦਰਸ਼ਕ ਕੰਟਰੀਬਿਊਟ ਕਰਨਾ ਚਾਹੁੰਦੇ ਨੇ, ਡਿਟੇਲਸ ਜਿਹੜੀਆਂ ਨੇ ਪ੍ਰਭ ਆਸਰਾ ਨਾਲ ਕੰਟੈਕਟ ਕਰਨ ਦੀਆਂ ਉਹ ਸਕਰੀਨ ਦੇ ਉੱਤੇ ਤੁਹਾਡੇ ਫਲੈਸ਼ ਹੋ ਰਹੀਆਂ ਨੇ। ਇਸ ਤੋਂ ਇਲਾਵਾ ਜਿਹੜੇ ਜਿਸ ਤਰੀਕੇ ਦੇ ਨਾਲ ਤੁਸੀਂ ਡੋਨੇਸ਼ਨ ਕਰ ਸਕੋ ਉਸ ਦੇ ਲਈ ਵੀ ਜੋ ਸਾਧਨ ਹੈਗੇ ਨੇ ਜਾਂ ਜ਼ਰੀਏ ਹੈਗੇ ਨੇ ਉਹ ਵੀ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਕੀਤੇ ਜਾ ਰਹੇ ਨੇ। ਇੱਥੋਂ ਤੁਸੀਂ ਨੋਟ ਕਰਕੇ ਕੰਟੈਕਟ ਕਰ ਸਕਦੇ ਹੋ ਔਰ ਆਪਣਾ ਕੰਟਰੀਬਿਊਸ਼ਨ ਜਿਹੜਾ ਪ੍ਰਭ ਆਸਰਾ ਤੱਕ ਪਹੁੰਚਦਾ ਕਰ ਸਕਦੇ ਹੋ। ਸੋ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਦੇ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਮ? ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਦੀ ਰੈਗੂਲਰ ਸਪੋਰਟ ਪ੍ਰਭ ਆਸਰਾ ਨੂੰ ਪਹੁੰਚ ਰਹੀ ਹੈਗੀ ਹੈ, ਅਤੇ ਸਭ ਨੂੰ ਰਿਕੁਐਸਟ ਵੀ ਕਰਨੀ ਆ ਕਿ ਜਦੋਂ ਵੀ ਆਪ ਪੰਜਾਬ ਦੀ ਧਰਤੀ 'ਤੇ ਪੈਰ ਪਾਓ ਤਾਂ ਪ੍ਰਭ ਆਸਰਾ ਜ਼ਰੂਰ ਵਿਜ਼ਿਟ ਕਰੋ, ਚਾਹੇ 10 ਮਿੰਟ 5 ਮਿੰਟ ਕੱਢੋ। ਆਪ ਜੀ ਨੂੰ ਮਿਲ ਕੇ ਇਹਨਾਂ ਨੂੰ ਜੋ ਖੁਸ਼ੀ ਮਿਲਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਇਹਨਾਂ 'ਚ ਇੰਪਰੂਵਮੈਂਟ ਹੁੰਦੀ ਹੈ, ਇਹਨਾਂ ਦੇ ਰੀਹੈਬਲੀਟੇਸ਼ਨ ਬਹੁਤ ਵੱਡਾ ਤੁਹਾਡਾ ਇਹ ਸਹਿਯੋਗ ਹੈਗਾ, ਅਤੇ ਈਵਨ ਕਿ ਇਹ ਸਾਰਾ ਕੁਛ ਆਪ ਸਭ ਦੇ ਸਪੋਰਟ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪੋਸੀਬਲ ਹੋ ਪਾ ਰਿਹਾ, ਅਤੇ ਆਪ ਸਭ ਦੀ ਸਪੋਰਟ ਲਈ ਅਸੀਂ ਹਮੇਸ਼ਾ ਹੀ ਵੇਟ ਵਿੱਚ ਰਵਾਂਗੇ। ਥੈਂਕ ਯੂ ਜੀ। ਤੇ ਅਸੀਂ ਤੁਹਾਨੂੰ ਮਿਲਾਂਗੇ ਨੈਕਸਟ ਕਿਸੇ ਐਪੀਸੋਡ ਦੇ ਵਿੱਚ ਕੁਝ ਹੋਰ ਜਾਣਕਾਰੀ ਦੇ ਨਾਲ। ਸੋ ਉਸ ਤੋਂ ਪਹਿਲਾਂ ਜਿਹੜੇ ਸਪੈਸ਼ਲੀ ਗੈਸਟ ਜਿਹੜੇ ਜਿਵੇਂ ਕਿ ਮੈਡਮ ਨੇ ਵੀ ਜ਼ਿਕਰ ਕੀਤਾ ਕਿ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ। ਸੋ ਜਿਹੜੇ UK ਤੋਂ ਖਾਸ ਤੌਰ ਦੇ ਉੱਤੇ ਮਹਿਮਾਨ ਆਏ ਨੇ ਔਰ ਉਹਨਾਂ ਨੇ ਆ ਕੇ ਪ੍ਰਭ ਆਸਰਾ ਵਿਜ਼ਿਟ ਕੀਤਾ, ਉਹਨਾਂ ਦੇ ਨਾਲ ਤੁਹਾਡੀ ਇੱਕ ਵਾਰੀ ਉਹਨਾਂ ਦੇ ਰੂਬਰੂ ਜ਼ਰੂਰ ਕਰਵਾਉਂਦੇ ਆ ਉਹ ਕੀ ਕਹਿੰਦੇ ਨੇ ਤੇ ਕਿਵੇਂ ਦਾ ਮਹਿਸੂਸ ਕਰਦੇ ਆ ਪ੍ਰਭ ਆਸਰਾ ਦੇ ਵਿੱਚ ਆ ਕੇ। ਸੋ ਅੱਜ ਹੀ ਅਸੀਂ ਪ੍ਰਭ ਆਸਰਾ ਸੰਸਥਾ ਪਹੁੰਚੇ ਹਾਂ। ਜਿਵੇਂ ਕਿ ਕਹਿੰਦੇ ਨੇ ਕਿ ਆਪਣਿਆਂ ਦਾ ਜਿਹੜਾ ਦੁੱਖ ਹੁੰਦਾ ਹੈ ਉਹ ਦੂਰ ਬੈਠੇ ਹੋਵੋ ਭਾਵੇਂ ਤੁਸੀਂ, ਉਹ ਤੁਹਾਨੂੰ ਸਤਾਉਂਦਾ ਰਹਿੰਦਾ, ਅਤੇ ਆਪਣਿਆਂ ਦੇ ਬਾਰੇ ਖੈਰ ਖਬਰ ਲੈਣਾ ਜਿਹੜਾ ਉਹ ਹਮੇਸ਼ਾ ਦਿਲ ਤੁਹਾਨੂੰ ਆਵਾਜ਼ ਦਿੰਦਾ ਰਹਿੰਦਾ ਕਿ ਪਹੁੰਚੋ ਤੇ ਜਾ ਕੇ ਦੇਖ ਕੇ ਆਓ ਕਿ ਸਾਡਾ ਪੰਜਾਬ ਕਿਵੇਂ ਵੱਸਦਾ, ਹੱਸਦਾ ਵੱਸਦਾ ਹੈ ਜਾਂ ਫਿਰ ਕੋਈ ਦਿੱਕਤਾਂ ਨੇ। ਜਿਹੜੇ ਭੈਣ ਭਰਾ ਬਾਹਰ ਰਹਿ ਰਹੇ ਨੇ ਉਹਨਾਂ ਨੂੰ ਹਮੇਸ਼ਾ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਪੰਜਾਬ ਹਮੇਸ਼ਾ ਖੁਸ਼ਹਾਲ ਰਹੇ, ਪਰ ਇੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ। ਔਰ ਜਦੋਂ ਅਸੀਂ ਪ੍ਰਭ ਆਸਰਾ ਦੇ ਵਿੱਚ ਆਉਂਦੇ ਹਾਂ ਤਾਂ ਜ਼ਿਆਦਾ ਨਜ਼ਰ ਆਉਂਦੀਆਂ ਨੇ ਕਿ ਕਿੰਨੇ ਐਸੇ ਲੋਕ ਨੇ ਜਿਹੜੇ ਕਿ ਬੇਸਹਾਰਾ ਨੇ, ਲਾਚਾਰ ਨੇ, ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸੋ ਇੱਥੇ ਕੁਝ ਸਾਡੇ ਨਾਲ ਸਾਡੇ ਮਹਿਮਾਨ ਕਹਿ ਲਈਏ, ਸਾਡੇ ਪਰਿਵਾਰ ਦੇ ਮੈਂਬਰ ਕਹਿ ਲਈਏ। ਸੋ UK ਤੋਂ ਖਾਲਸਾ ਜੀ ਆਏ ਨੇ ਸਾਡੇ ਨਾਲ, ਇੱਥੇ ਮੁਲਾਕਾਤ ਕੀਤੀ ਹੈ, ਪ੍ਰਭ ਆਸਰਾ ਦੇ ਵਿੱਚ ਜਿੰਨੇ ਵੀ ਦੁਖੜੇ ਲੋਕ ਨੇ ਉਹਨਾਂ ਦੇ ਨਾਲ ਮਿਲੇ ਨੇ। ਸੋ ਸਰ ਇਹ ਤਾਂ ਨਹੀਂ ਪੁੱਛਾਂਗਾ ਕਿਵੇਂ ਦਾ ਮਹਿਸੂਸ ਕੀਤਾ, ਅਫਸੋਸ ਹੁੰਦਾ ਦੇਖ ਕੇ ਕਿ ਸਾਡੇ ਪੰਜਾਬ ਦੇ ਲੋਕ ਇੱਦਾਂ ਰੁਲ ਰਹੇ ਨੇ, ਪਰ ਫਿਰ ਵੀ ਜਦੋਂ ਤੁਸੀਂ ਆ ਕੇ ਮਿਲੀ ਤਾਂ ਕਿੰਨੀ ਦਿਲ ਨੂੰ ਤਸੱਲੀ ਮਿਲੀ ਕਿ ਹਾਂ ਤੁਸੀਂ ਆ ਕੇ ਮਿਲ ਪਾਏ? ਬਹੁਤ ਤਸੱਲੀ ਹੋਈ ਆ। ਭਾਈ ਸਾਹਿਬ ਤੁਸੀਂ ਇੱਧਰ ਜਾਓ, ਕੋਈ ਨਾ ਹੈਡ ਆ ਨਾ ਇਹਨਾਂ ਦਾ। ਹਾਂਜੀ ਆ ਜਾਓ ਤੁਸੀਂ, ਆ ਜਾਓ ਆ ਜਾਓ ਬਾਈ ਖਾਲਸਾ ਜੀ। ਦੇਖੋ ਜੀ ਇਹ ਸੰਸਥਾ ਇਹ ਚਲਾ ਰਿਹਾ ਭਾਈ ਸਾਹਿਬ ਜੀ, ਬਹੁਤ ਗੁਰੂ ਦੀ ਕਿਰਪਾ ਹੈ ਇਹਨਾਂ 'ਤੇ। ਹੁਣ ਇਹ ਸੋਚੋ ਵੀ ਇਹਨਾਂ ਨੂੰ ਇਹ ਜਿਹੜਾ ਮਾਇਆ ਆਉਂਦੀ ਆ ਉਹਨਾਂ ਲਈ ਮੈਨੂੰ ਪ੍ਰੋਬਲਮ ਆਉਂਦੀ ਆ ਵੀ ਕਿੱਥੋਂ ਆਈ ਆ। ਇਹ ਅਸਲੀ ਜਿਹੜੀਆਂ ਸੰਸਥਾਵਾਂ ਗੌਰਮੈਂਟ ਦਾ ਕੰਮ ਆ, ਗੌਰਮੈਂਟ ਦਾ ਕੰਮ ਹੈ ਨਾ। ਫਿਰ ਜੇ ਗੌਰਮੈਂਟ ਨੇ ਨਹੀਂ ਕੰਮ ਕਰ ਸਕਦੀ, ਕੰਮ ਸੇ ਕੰਮ ਇਹਨਾਂ ਨੂੰ ਕਿਸੇ ਚੀਜ਼ ਦਾ ਕੰਸੈਸ਼ਨ ਦਿਓ। ਬਿੱਲ ਇੰਨੇ ਨੇ ਕਿੱਥੋਂ ਪੇ ਕਰਨਗੇ, ਚੰਦਾ ਹੀ ਆਉਂਦਾ ਉਹ 'ਚੋਂ ਪੈਸੇ ਦੇਣੇ ਆ। ਤਾਂ ਪਲੀਜ਼ ਇਹੀ ਰਿਕੁਐਸਟ ਆ ਗੌਰਮੈਂਟ ਨੂੰ ਵੀ ਕੁਛ ਜਿਹੜੇ ਓਵਰਹੈਡ ਆ ਉਹਨਾਂ ਨੂੰ ਘੱਟ ਕਰ ਦਿਓ, ਇਹਨਾਂ ਦੀ ਹੈਲਪ ਕਰੋ। ਆ ਕੇ ਇੱਥੇ ਜਿਹੜਾ ਇਹ ਆ ਕੇ ਦੇਖੋ, ਇੱਥੇ ਦੇਖੋ, ਫਿਰ ਤੁਹਾਡਾ ਮਨ ਪਸੀਜੇਗਾ ਵੀ ਕਿੱਦਾਂ ਬੱਚੇ ਇੱਥੇ ਰੋਲਦੇ ਜਿਹਨਾਂ ਨੂੰ ਕੋਈ ਬਾਤ ਨਹੀਂ ਪੁੱਛਦਾ
ਹਾਂਜੀ ਛੋਟੇ ਛੋਟੇ ਬੱਚੇ ਬੱਚੀਆਂ ਤੇ ਬਹੁਤ ਭਾਈ ਸਾਹਿਬ ਦਾ ਧੰਨਵਾਦ ਹੈ, ਉਹਨਾਂ ਨੂੰ ਸਮਝਦੇ ਆ, ਭੈਣ ਜੀ ਵੀ ਨਾਲੇ। ਜਦੋਂ ਅੱਜ ਤੁਸੀਂ ਮੁਲਾਕਾਤ ਕੀਤੀ ਸਾਰਿਆਂ ਦੇ ਨਾਲ ਜੀ। ਤਾਂ ਉਦੋਂ ਤੁਹਾਨੂੰ ਸਭ ਤੋਂ ਖਾਸ ਗੱਲ ਕੀ ਨਜ਼ਰ ਆਈ ਹੈ ਦੇਖ ਕੇ? ਕਿਸ ਤਰੀਕੇ ਦੇ ਨਾਲ ਦੇਖੋ ਇੱਥੇ ਸਾਂਭ ਸੰਭਾਲ ਹੋ ਰਹੀ ਹੈ, ਸੋ ਤੁਹਾਨੂੰ ਕੀ ਮਹਿਸੂਸ ਹੋਇਆ ਹੁਣ? ਸਾਨੂੰ ਮਹਿਸੂਸ ਹੈ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਨਹੀਂ, ਡਿਸੇਬਲਡ ਬੱਚੇ ਨਹੀਂ ਚੱਕ ਸਕਦੇ, ਭਾਈ ਸਾਹਿਬ ਕਰਦੇ, ਸਾਰਾ ਪਰਿਵਾਰ ਕਰਦਾ ਆ, ਕਿਉਂਕਿ ਹੋਰ ਇਹਨਾਂ ਨੂੰ ਬੰਦੇ ਦੇਖ ਕੇ ਆਉਂਦੇ ਆ, ਇਹਨਾਂ ਨਾਲ ਹੋਰ ਬਹੁਤ ਸਾਥੀ ਜੁੜੇ ਹੋਆ। ਇਸ ਕਰਕੇ ਚਲੋ ਅਸੀਂ ਇਹ ਤਾਂ ਨਹੀਂ ਕਰ, ਕਮ ਸੇ ਕਮ ਸਾਨੂੰ ਮਾਲਕ ਨੇ ਬਹੁਤ ਕੁਝ ਦਿੱਤਾ ਆ, ਮਾਇਆ ਤਾਂ ਦੇ ਸਕਦੇ ਥੋੜ੍ਹੀ ਬਹੁਤੀ, ਮਾਇਆ ਦੇਣ ਦਾ ਇੱਥੇ ਤੱਕ ਨਹੀਂ, ਉੱਥੇ ਮਾਇਆ ਦੇਤੀ। ਆ ਕੇ ਦੇਖੋਗੇ ਤੁਹਾਨੂੰ, ਜੇ ਤੁਸੀਂ 50 ਦਿੱਤੇ 100 ਦਓਗੇ, ਮੈਂ ਰੱਬ ਤੋਂ ਡਰ ਕੇ ਕਹਿਣਾ ਜੀ, ਸਮਝ ਗਏ? ਜਿੰਨਾ ਚਿਰ ਤੁਸੀਂ ਕੋਈ ਚੀਜ਼ ਦੇਖਦੇ ਨਹੀਂ ਉਨਾ ਚਿਰ ਗੱਲ ਨਹੀਂ ਬਣਦੀ ਜੀ। ਸੋ ਹੁਣ ਦੇਣ ਦੀ ਜਿਵੇਂ ਗੱਲ ਹੈਗੀ ਹੈ, ਮੈਂ ਕਹਿੰਦਾ ਵੀ ਅਸੀਂ ਹਮੇਸ਼ਾ ਇਹ ਗੱਲ ਬਚਪਨ ਤੋਂ ਸੁਣਦੇ ਆਏ ਹਾਂ, ਸਿੱਖਦੇ ਆਏ ਹਾਂ। ਇੱਕ ਚੰਗੀ ਗੱਲ ਹੁੰਦੀ ਹੈ ਕਿ ਜਿਹੜਾ ਵੰਡਣਾ ਹੁੰਦਾ ਉਹ ਤੁਹਾਨੂੰ ਵਾਧੇ ਵੱਲ ਲੈ ਕੇ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਕਿਸੇ ਨਾਲ ਵੰਡਦੇ ਹਾਂ ਤਾਂ ਖਾਲੀ ਨਹੀਂ ਹੁੰਦੇ ਖਜ਼ਾਨੇ, ਹੋਰ ਸਗੋਂ ਭਰਦੇ ਨੇ। ਸੋ ਵਾਹਿਗੁਰੂ ਹੋਰ ਤੁਹਾਨੂੰ ਬਲੇਸਿੰਗ ਦਿੰਦਾ ਉਹਦੇ ਉੱਤੇ। ਤਾਂ ਤੁਸੀਂ ਇਸ ਸੋਚ ਨੂੰ ਕਿਵੇਂ ਆਪਣੇ ਨਜ਼ਰੀਏ ਦੇ ਵਿੱਚ ਰੱਖਦੇ ਹੋ ਜੋ ਕਿ ਤੁਸੀਂ ਦੂਜਿਆਂ ਨਾਲ ਵੰਡਣਾ ਚਾਹਦੇ ਹੋ? ਹਾਂਜੀ, ਕਿਉਂਕਿ ਸਹੀ ਹੈ, ਜੇ ਮਾਲਕ ਨੇ ਸਾਨੂੰ ਕਿਸੇ ਨਾਲ ਥੋੜ੍ਹਾ ਜ਼ਿਆਦਾ ਦਿੱਤਾ ਹੈ। ਇੰਗਲੈਂਡ ਪਹਿਲੀ ਤਾਂ ਗੱਲ ਇੰਗਲੈਂਡ 'ਚ ਗਏ ਹਾਂ, ਸਭ ਕੁਛ ਆ, ਵਿਹਲੇ ਆ ਤਾਂ ਰੋਟੀ ਮਿਲਦੀ ਆ, ਬਿਮਾਰੀਆਂ ਬਦਵਾਈਆਂ ਵੀ, ਅਤੇ ਕਮ ਸੇ ਕਮ ਉਹਦੇ ਦਿੱਤੇ 'ਚ ਅਸੀਂ ਕੋਈ ਦੇਣਾ, ਸਾਡਾ ਤਾਂ ਕੋਈ ਹੈ ਹੀ ਨਹੀਂ ਨਾ, ਉਹ 'ਚੋਂ ਸਾਨੂੰ ਦੇਣਾ ਚਾਹੀਦਾ। ਸਾਰਿਆਂ ਨੂੰ ਮੇਰੀ ਅਪੀਲ ਆ, ਬਹੁਤ ਲੋਕਾਂ ਕੋਲ ਪੈਸਾ ਆ, ਬਹੁਤ ਜ਼ਿਆਦਾ, ਪਰ ਕਈ ਵਾਰ ਹਿੰਮਤ ਨਹੀਂ ਬਣੀ ਚੰਗੇ ਥਾਂ ਦੇਣ ਨੂੰ ਪੈਸਾ, ਕਈ ਵਾਰ ਹਿੰਮਤ ਨਹੀਂ ਕਰਦੇ। ਇਹ ਤੁਹਾਡਾ ਜਿਹੜਾ ਨਜ਼ਰੀਆ ਇਹ ਸਾਰਿਆਂ ਤੱਕ ਜਾਊਗਾ ਕਿ ਅਸੀਂ ਕੋਈ ਆਪਣਾ ਨਹੀਂ ਦੇਣਾ, ਸਾਨੂੰ ਵੀ ਉੱਪਰ ਵਾਲੇ ਨੇ ਦਿੱਤਾ, ਸੋ ਅਸੀਂ ਉਹੀ ਅੱਗੇ ਵੰਡਣਾ। ਬਿਲਕੁਲ ਬਿਲਕੁਲ ਸਹੀ ਹੈ, ਕਿਉਂਕਿ ਸਾਡੀ ਜੇਬ ਤਾਂ ਹੈ ਹੀ ਕੁਛ ਨਹੀਂ ਨਾ, ਉਹਦੇ ਵਿੱਚੋਂ ਦੇਣਾ। ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਪਲੀਜ਼ ਇੱਥੇ ਆਓ, ਦੇਖੋ ਜੋ ਵੀ ਤੁਸੀਂ ਤਿਲ ਫੁੱਲ ਭੇਟਾ ਦੇ ਸਕਦੇ ਜ਼ਰੂਰ ਦਿਓ ਆ ਕੇ, ਔਰ ਬੱਚਿਆਂ ਨੂੰ ਆ ਕੇ ਦੇਖੋ ਵੀ ਕਈ ਵਾਰੀ ਸੱਚੀ ਆ ਨਾ, ਮਾਂ-ਬਾਪ ਬੱਚਿਆਂ ਨੂੰ ਛੱਡ ਦਿੰਦੇ ਆ, ਭੈਣ ਭਾਜੀ ਇਹ ਆਪ ਸਾਂਭਦੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਾਲਕ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਕਿਉਂਕਿ ਜੇ ਸੰਸਥਾ ਕੋਈ ਵੀ ਸੰਸਥਾ ਬੰਦਿਆਂ ਨੇ ਚੱਲਣੀ ਆ, ਜੇ ਬੰਦੇ ਨਾ ਹੋਣ ਗੱਲ ਨਹੀਂ ਬਣਨੀ। ਬਹੁਤ ਕਿਰਪਾ ਭਾਈ ਸਾਹਿਬ ਤੇ, ਬਹੁਤ ਕਿਰਪਾ, ਰੂਹ ਖੁਸ਼ ਹੁੰਦੀ ਇੱਕ ਹੈ। ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਭਾਈ ਸਾਹਿਬ ਉਹ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਅੱਗੇ ਹੋ ਕੇ, ਪਰ ਉਹਦੇ ਵਿੱਚ ਵੀ ਸਾਥ ਨਹੀਂ ਦਿੱਤਾ ਜਾਂਦਾ। ਹੁਣ ਅਗਰ ਦੇਖੀਏ, ਸੋ ਇੱਕ ਇਤਿਹਾਸਕ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕਰ ਲਈ, ਪੰਜਾਬ ਨੇ ਇੱਕ ਬਦਲ ਦੇ ਦਿੱਤਾ, ਸੋ ਅਸੀਂ ਹੁਣ ਤਾਂ ਕਹਿ ਹੀ ਨਹੀਂ ਸਕਦੇ ਵੀ ਪੁਰਾਣੀਆਂ ਜਿਹੜੀਆਂ ਸਰਕਾਰਾਂ ਖਤਮ ਹੋਈਆਂ। ਸੋ ਭਗਵੰਤ ਮਾਨ ਤੋਂ ਹੁਣ ਕੀ ਉਮੀਦ ਕਰਦੇ ਹੋ, ਉਹਨਾਂ ਨੂੰ ਕੀ ਸੁਨੇਹਾ ਤੁਹਾਡਾ? ਭਗਵੰਤ ਮਾਨ ਨੂੰ ਇਹੀ ਸੁਨੇਹਾ, ਮਹਾਰਾਜ ਨੇ ਬੜੀ ਕਿਰਪਾ ਕੀਤੀ, ਬੜੀ ਮੈਜੋਰਟੀ ਨਾਲ ਜਿੱਤਿਆ, ਹੁਣ ਤੁਹਾਡੇ ਕੋਲ ਚਾਂਸ ਆ ਚੰਗੇ ਕੰਮ ਕਰਨ ਦਾ, ਲੱਗਦਾ ਹੈਗਾ ਵੀ ਜ਼ਰੂਰ ਕਰੂਗਾ, ਪਰ ਅੱਗੇ ਪਤਾ ਨਹੀਂ, ਜਿਹੜੇ ਬੰਦਾ ਕਿਸੇ ਉੱਪਰੋਂ ਪ੍ਰੈਸ਼ਰ ਪੈ ਜਾਂਦਾ, ਜ਼ਰੂਰ ਕਰੇ ਭਗਵੰਤ ਮਾਨ, ਲੱਗਦਾ ਵੀ ਕਰੂਗਾ। ਪਰ ਮਾਲਕ ਦੇ ਭੈ ਵਿੱਚ ਰਹਿਣਾ, ਡਰ ਵਿੱਚ ਰਹਿਣਾ, ਡਰ ਵਿੱਚ ਰਹੋਗੇ ਆਪੇ ਹੀ ਚੰਗੇ ਮਾਲਕ ਨੇ ਕੰਮ ਕਰਾ ਲੈਣੇ ਆ। ਐਡੀ ਬੜੀ ਪੋਸਟ ਹੁਣ ਕੀ ਕਹੇ, CM ਬਣ ਗਿਆ, ਮਾਲਕ ਕੋਈ ਜਾਣਦਾ ਨਹੀਂ ਸੀ, ਗਾਣੇ ਗੁਣੇ ਗਾਉਂਦੇ ਸੀ, ਮਾਫ ਕਰਿਓ, ਕਿੱਥੇ ਆਏ ਆ ਨਾ। ਸੋ ਇਸ ਕਰਕੇ ਉਹਨਾਂ ਨੂੰ ਵੀ ਪ੍ਰਮਾਤਮਾ ਦੀ ਜਿਹੜੀ ਉਹਨਾਂ ਨੂੰ ਐਡੀ ਬੜੀ ਜ਼ਿੰਮੇਵਾਰੀ ਦਿੱਤੀ ਆ, ਉਹਦੇ ਭੈ ਵਿੱਚ ਰਹਿ ਕੇ ਇਸ ਜ਼ਿੰਮੇਵਾਰੀ ਨੂੰ ਪੂਰੀ ਕਰਨ, ਲੋਕਾਂ ਦੀ ਮਦਦ ਕਰਨ। ਜੀ ਹਾਂਜੀ। ਸੋ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਭਾਈ ਸਾਹਿਬ ਜਦੋਂ ਆਏ ਇੱਥੇ ਮਿਲੇ ਸਭ ਨੂੰ? ਦੇਖੋ ਜੀ, ਜਿਵੇਂ ਕਹ ਲਓ ਆਪਣੇ ਲਈ ਤੇ ਆਪਣਿਆਂ ਲਈ ਹੈ ਨਾ, ਉਹ ਤਾਂ ਸਾਰੇ ਹੀ ਕੋਸ਼ਿਸ਼ ਕਰਦੇ ਆ, ਪਰ ਮੈਂ ਸਲੂਟ ਕਰਦਾ ਸਾਰੇ ਹੀ ਖਾਲਸਾ ਜੀ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ। ਬੀਬੀ ਜੀ ਹੁਣੀ ਜਦੋਂ ਵੀ ਸਾਨੂੰ ਇਹਨਾਂ ਨੇ ਕਹਿ ਕੇ ਬੁਲਾਉਣਾ, ਜਿਵੇਂ ਨਾ ਕੋਈ, ਮੈਨੂੰ ਲੱਗਦਾ ਰਿਸ਼ਤੇਦਾਰ ਨੇ ਤਾਂ ਸਾਨੂੰ ਕਦੇ ਬੁਲਾਇਆ ਨਹੀਂ ਵੈਸੇ, ਇਹ ਵਾਰ-ਵਾਰ ਕਹਿੰਦੇ ਹੁੰਦੇ ਵੀ ਤੁਸੀਂ ਆਓ, ਸਾਡੇ ਕੋਲ ਆਓ, ਵੀ ਇਹ ਪ੍ਰੋਜੈਕਟ ਚਲਾਉਣੇ ਤੇ ਕਿੱਦਾਂ ਚੱਲਣਗੇ ਪ੍ਰੋਜੈਕਟ, ਇਹਨਾਂ ਦਾ ਇਹੀ ਮੈਸੇਜ ਹੁੰਦਾ। ਇਹ ਚੱਲੂਗਾ ਕਿਵੇਂ ਭਾਈ ਸਾਹਿਬ? ਮੈਂ ਕਿਹਾ ਜੀ ਤੁਹਾਡੀ ਭਾਵਨਾ ਨੇ ਚਲਾ ਦੇਣਾ। ਮਤਲਬ ਉੱਥੇ ਜਾ ਕੇ ਨਾ ਮਤਲਬ ਇੰਨਾ ਦਰਦ ਹੈ ਨਾ, ਮਤਲਬ ਉਹਦਾ ਕੋਈ ਐਗਜ਼ਾਮਪਲ ਮੈਂ ਕਹਾਂ ਜੀ, ਕੋਈ ਆਪਣੇ ਪਰਿਵਾਰ ਦੇ ਲਈ ਜਿਵੇਂ ਕੋਸ਼ਿਸ਼ ਕਰਦਾ ਨਹੀਂ ਕਰਦਾ, ਜਿੰਨੀ ਇਹ ਸਮਾਜ ਦੇ ਵਿੱਚ ਨਿਆਸਰੇ ਲੋਕਾਂ ਨੇ ਕਰਦੇ। ਭਾਈ ਸਾਹਿਬ ਉਹਨਾਂ ਦੇ ਸਾਥੀ, ਬੀਬੀ ਜੀ ਹੋਣੀ, ਸਾਰੇ ਇੱਥੇ ਵੀ ਜਿਹੜੇ ਪਰਿਵਾਰ ਹੈ ਇਹਨਾਂ ਦੇ, ਇਹਨਾਂ ਨੂੰ ਵੀ ਲੈ ਕੇ ਆਉਂਦੇ ਆ, ਉੱਥੋਂ ਵੀ ਲੈ ਕੇ ਆਉਂਦੇ ਆ, ਅਤੇ ਫਿਰ ਉਹਨਾਂ ਦੀਆਂ ਭਾਵਨਾਵਾਂ ਮਤਲਬ ਜਦੋਂ ਗੱਲਬਾਤ ਕਰਦੇ ਆ ਫਿਰ ਪਤਾ ਲੱਗਦਾ ਵੀ ਇੰਨਾ ਦਰਦ ਹੈ ਸਮਾਜ ਦਾ, ਵੀ ਜਿਵੇਂ ਇਹ ਦੇਖ ਰਹੇ ਹੋ ਅਸੀਂ ਇੰਗਲੈਂਡ ਦੀ ਧਰਤੀ 'ਤੇ, ਕਿ ਉੱਥੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ, ਕਿਉਂਕਿ ਸੰਸਾਰ ਆਉਣ ਜਾਣ ਲਈ ਬਣਿਆ ਹੋਇਆ। ਇਹਨਾਂ ਦੀ ਫੀਲਿੰਗ ਹੁੰਦੀ ਹੈ ਵੀ ਜਿਹੜਾ ਬੇਸਿਕ ਲੋੜ ਹੈਗੀ ਹੈ ਨਾ ਇਨਸਾਨ ਦੀ, ਉਹਨੂੰ ਤਰਸਣਾ ਨਹੀਂ ਚਾਹੀਦਾ ਕਿਸੇ ਨੂੰ। ਹੁਣ ਵੀ ਮੈਨੂੰ ਕਹਿ ਰਹੇ ਸੀ ਜੇ ਬੱਚੇ ਦੀ ਕਿਹੜੀ ਇੱਛਾ ਖਾਣ ਦੀ, ਉਹ ਹੁਣ ਫੇਰ ਲੈਣ ਵਾਸਤੇ ਫਰੂਟ ਭੇਜੇ ਹੈ। ਅੱਛਾ, ਕਿਸੇ ਨੂੰ ਹੋਰ ਇੱਥੇ ਕੋਈ ਚਾਹੀਦੀ ਜਿਹੜੀ ਚੀਜ਼, ਕਿਸੇ ਨੂੰ ਬੱਚੇ ਨੂੰ ਸਾਈਕਲ ਚਾਹੀਦਾ, ਕਿਸੇ ਨੂੰ ਕੁਝ ਚਾਹੀਦਾ, ਉਧਰ ਪਿੰਡਾਂ ਵੱਲ ਮਤਲਬ ਕਿੱਦਾਂ ਦਾ ਦਰਦ ਹੈ। ਜੇ ਕਿਤੇ ਇਸ ਦਰਦ ਸਾਡੇ ਜਿਹੜੇ ਸਮਾਜ ਦੇ ਵੱਡੇ ਉੱਚ ਅਹੁਦਿਆਂ 'ਤੇ ਬੈਠੇ ਹਨ, ਜਿਹਨਾਂ ਕੋਲ ਪਾਵਰ ਹੈਗੀ ਹੈ, ਜਿਹਨੂੰ ਸੰਵਿਧਾਨ ਨੇ ਬਹੁਤ ਵੱਡੀ ਪਾਵਰ ਦਿੱਤੀ ਹੈ, ਜੇ ਕਿਤੇ ਦਰਦ ਦਾ ਕੁਛ ਹਿੱਸਾ ਉਹਨਾਂ ਦੇ ਵਿੱਚ ਆ ਜਾਏ, ਤਾਂ ਉਹ ਪਬਲਿਕ ਦੀ ਜਗ੍ਹਾ, ਨਾਗਰਿਕ ਦੀ ਜਗ੍ਹਾ ਖੜ੍ਹ ਕੇ ਸੋਚਣ
ਤੇ ਮੈਨੂੰ ਲੱਗਦਾ ਇਸ ਧਰਤੀ ਦੇ ਉੱਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਲੋੜ ਸੀ ਵੀ ਇੱਥੋਂ ਦੇ ਰਿਸੋਰਸਿਸ ਨੂੰ ਪਬਲਿਕ ਦੀਆਂ ਲੋੜਾਂ ਦੇ ਮੁਤਾਬਕ ਉਹਨੂੰ ਵਰਤਣ ਦੀ ਗੱਲ ਸੀ। ਮੈਂਟਲ ਹੈਲਥ ਤੇ ਗੱਲ ਹੋ ਰਹੀ ਸੀ ਵੀ ਜੇਕਰ ਉਹ ਬਜਟ ਜੇਕਰ ਬਣ ਜਾਣ ਤਾਂ ਸਾਡੇ ਉਹਨਾਂ ਨੂੰ ਵੀ, ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਬਜਟ ਵਿੱਚ ਤਾਂ ਉਹਨਾਂ ਦਾ ਵੀ ਹਿੱਸਾ ਹੈ, ਉਹਨਾਂ ਦਾ ਕੋਈ ਵੱਖ ਨਹੀਂ ਕਿੱਸਾ, ਤੇ ਅਸੀਂ ਕਹਿੰਦੇ ਸੀ ਉਹ ਵੀ ਇਸ ਦੇਸ਼ ਦੇ ਜਾਏ ਹੈ ਤੇ ਕੋਈ ਲਾਈਕ ਉਹ ਸਾਨੂੰ ਕਿਉਂ ਨਹੀਂ ਚੇਤੇ ਆਏ। ਉਹੀ ਗੱਲਾਂ ਕਰਦੇ ਕਰਦੇ ਮਤਲਬ ਇਹ ਆਸ ਹੈ ਸਾਨੂੰ ਵੀ ਇਹਨਾਂ ਦਾ ਸੁਨੇਹਾ ਇੱਥੇ ਵੀ ਤੇ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਲੋਕਾਂ ਨੂੰ ਦੇ ਰਹੇ ਹੈ। ਤੇ ਮੈਨੂੰ ਲੱਗਦਾ ਵੀ ਜ਼ਰੂਰ ਇੱਥੋਂ ਦੀਆਂ ਸਾਡੀਆਂ ਸਰਕਾਰਾਂ ਨੂੰ ਵੀ ਜ਼ਰੂਰ ਹੋਰ ਮਹਿਸੂਸ ਕਰਨਗੀਆਂ ਤੇ ਪਬਲਿਕ ਦੇ ਵਿੱਚ ਵੀ ਜਿਹੜਾ ਹੈਗਾ ਮੋਟੀਵੇਸ਼ਨ, ਹੁਣ ਯੂਥ ਆਏ ਆ ਸਾਡੇ ਇੱਥੋਂ ਦੇ ਰਹਿਣ ਵਾਲੇ, ਇਹਨਾਂ ਨੇ ਬੜਾ ਫੀਲ ਕੀਤਾ ਕਿ ਵਾਕਈ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਇੰਪੋਰਟੈਂਟ ਹੈ। ਔਰ ਇਨਸਾਨ ਦੇ ਸਾਹਮਣੇ ਇਨਸਾਨ ਰੁਲ ਰਿਹਾ ਹੋਵੇ, ਸਾਡੇ ਇਨਸਾਨ ਹੋਣ ਤੇ ਕੁਐਸਚਨ ਮਾਰਕ ਲੱਗ ਜਾਂਦਾ, ਤੇ ਧਰਮੀ ਹੋਣਾ ਤੇ ਕਹਿ ਲਓ ਜਾਂ ਹੋਰ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਜਿਹੜੇ ਦੂਰ ਬੈਠੇ ਨੇ ਕਈ ਵਾਰੀ ਉਹਨਾਂ ਨੂੰ ਇੱਥੇ ਦੇ ਹਾਲਾਤਾਂ ਦਾ ਨਹੀਂ ਪਤਾ ਹੁੰਦਾ, ਪਰ ਜਦੋਂ ਵੀ ਜੀ ਤੁਸੀਂ ਇੱਥੇ ਆਏ, ਆ ਕੇ ਦੇਖਿਆ, ਔਰ ਦੇਖ ਕੇ ਜ਼ਿਆਦਾ ਪਤਾ ਲੱਗਦਾ ਹੈ। ਜਦੋਂ ਅਸੀਂ ਦੇਖਦੇ ਆ ਫਿਰ ਅੱਖੋਂ ਓਲੇ ਨਹੀਂ ਕਰ ਸਕਦੇ ਉਸ ਚੀਜ਼ ਨੂੰ, ਇਨਕਾਰ ਨਹੀਂ ਕਰ ਸਕਦੇ ਉਸ ਚੀਜ਼ ਤੋਂ। ਤਾਂ ਤੁਸੀਂ ਕੀ ਦੇਖਿਆ, ਤੁਹਾਨੂੰ ਸਭ ਤੋਂ ਵੱਧ ਕੀ ਚੀਜ਼ ਦਿਲ ਨੂੰ ਲੱਗੀ? ਦਿਲ ਨੂੰ ਇਹੀ ਲੱਗਿਆ ਕਿ ਬਹੁਤ ਮਤਲਬ ਕਿ ਦੇਖ ਕੇ ਬੱਚਿਆਂ ਵੱਲ ਵੀ ਘਰ ਵਿੱਚ ਇੱਕ ਬੱਚੇ ਨੂੰ ਨਹੀਂ ਸਾਂਭ ਸਕਿਆ ਬੰਦਾ ਨਾ। ਦੇਖੋ ਇੱਥੇ ਇੰਨੇ ਬੱਚੇ ਇਸ ਤਰ੍ਹਾਂ ਦੇ ਹੈਗੇ ਆ ਤੇ ਉਹਨਾਂ ਨੂੰ ਦੇਖੋ ਕਿੰਨੀ ਇਹਨਾਂ ਤੇ ਮਹਾਰਾਜ ਦੀ ਕਿਰਪਾ ਹੈ ਵੀ ਇਹ ਉਹਨਾਂ ਨੂੰ ਸੰਭਾਲਦੇ ਆ। ਤੇ ਬਹੁਤ ਦਰਦ ਹੈ ਕਿ ਘਰ ਦੇ ਵਿੱਚ ਕਈ ਵਾਰ ਇੱਕ ਬੱਚਾ ਸਾਂਭਣਾ ਔਖਾ ਹੋ ਜਾਂਦਾ, ਪਰ ਇੱਥੇ ਇੰਨੇ ਬੱਚੇ ਜਿਹੜੇ ਨੇ, ਸੋ ਉਹਨਾਂ ਨੂੰ ਫਿਰ ਵੀ ਇੱਥੇ ਘਰ ਦੀ ਪੂਰੀ ਸਹੂਲਤਾਂ, ਉਹਨਾਂ ਨੂੰ ਇਦਾਂ ਦਾ ਮਹਿਸੂਸ ਕਰਾਇਆ ਜਾਂਦਾ ਕਿ ਇੱਕ ਪਰਿਵਾਰ ਦੇ ਵਿੱਚ ਹੀ ਤੁਸੀਂ ਰਹਿ ਰਹੇ ਹੋ। ਸੋ ਉਹ ਚੀਜ਼ਾਂ ਤੁਸੀਂ ਦੇਖੀਆਂ? ਹਾਂਜੀ, ਸਾਰੀਆਂ ਦੂਜਾ ਭੈਣ ਜੀ ਉਹਨਾਂ ਨੂੰ ਕਿੱਦਾਂ ਜੱਫੀਆਂ ਪਾ ਪਾ ਕੇ ਮਿਲਦੇ, ਭਾਈ ਸਾਹਿਬ ਨੂੰ ਬੱਚੇ ਦੂਜਾ ਡੈਡੀ ਆ ਗਏ, ਮੰਮੀ ਜੀ ਆ ਗਏ, ਕਿੱਦਾਂ ਭੈਣ ਜੀ ਹੁਣ ਵੀ ਬਹੁਤ ਪਿਆਰ ਕਰਦੇ ਬੱਚਿਆਂ ਨੂੰ। ਇਹ ਚੀਜ਼ ਸਭ ਤੋਂ ਸਭ ਜ਼ਿਆਦਾ ਜੀ। ਸੋ ਇੱਕ ਦਰਦ ਹੈਗਾ ਹੈ ਨਾ, ਪਰਿਵਾਰਿਕ ਦਰਦ ਹੈ। ਜਦੋਂ ਅਸੀਂ ਦੇਖਦੇ ਸਾਨੂੰ ਆਪਣਾ ਬਚਪਨ ਜਾਂ ਆਪਣੇ ਬੱਚੇ ਯਾਦ ਆ ਜਾਂਦੇ ਨੇ, ਤਾਂ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਉਸ ਚੀਜ਼ ਨੂੰ? ਭਾਈ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਹੈ। ਮੈਨੂੰ ਤਾਂ ਇਹੋ ਮਹਿਸੂਸ ਹੋਇਆ ਬੱਚੇ ਦੇਖ ਕੇ ਫਿਰ ਰੱਬ ਹੀ ਇੱਥੇ ਵਸਦਾ। ਬਹੁਤ ਵਧੀਆ ਗੱਲ ਜੀ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਅੱਛਾ, ਇਹੋ ਹੀ ਗੱਲ ਹੈ ਜੋ ਕੁਛ ਮੈਂ ਦੇਖਿਆ ਆਪਣੇ ਅੱਖੀਂ, ਭਾਜੀ ਹੋਣਾ ਦਾ ਤੇ ਭੈਣ ਜੀ ਹੋਣਾ ਦਾ, ਇੰਨੇ ਜਿੰਨਾ ਮਾਂ ਪਿਓ ਆਪਣੇ ਬੱਚਿਆਂ ਨੂੰ ਪਿਆਰ ਦਿੰਦੇ ਨਾ, ਉਹਨਾਂ ਨਾਲ ਵੱਧ ਇਹਨਾਂ ਬੱਚਿਆਂ ਨੇ ਨਹੀਂ ਪਿਆਰ ਦਿੱਤਾ ਆ। ਮੇਰਾ ਮਨ ਬਹੁਤ ਖੁਸ਼ ਹੋਇਆ ਦੇਖ ਕੇ। ਸੋ ਇੱਕ ਤਰ੍ਹਾਂ ਜੋ ਇੱਥੇ ਸਾਂਭ ਕੀਤੀ ਜਾ ਰਹੀ ਹੈ ਉਸ ਤੋਂ ਤੁਸੀਂ ਸੈਟੀਸਫਾਈ ਹੋ, ਯਾਨੀ ਕਿ ਜੇ ਤੁਸੀਂ ਹੈਲਪ ਕਰ ਵੀ ਰਹੇ ਹੋ, ਕੰਟਰੀਬਿਊਟ ਕਰ ਰਹੇ ਹੋ, ਤਾਂ ਉਸ ਨੂੰ ਤੁਸੀਂ ਇੱਥੇ ਸਹੀ ਇਸਤੇਮਾਲ ਹੁੰਦਾ ਵੀ ਦੇਖ ਰਹੇ ਹੋ। ਅੱਛਾ, ਕਈ ਲੋਕੀ ਜਿਹੜੇ ਨੇ ਅਫਵਾਹਾਂ ਵੀ ਫੈਲਾਉਂਦੇ ਹੁੰਦੇ ਨੇ। ਅਸੀਂ ਬਹੁਤ ਥਾਵਾਂ ਤੋਂ ਇਦਾਂ ਦੀਆਂ ਗੱਲਾਂ ਵੀ ਸੁਣਦੇ ਹਾਂ ਜਿਹੜੇ ਸਵਾਲ ਉਠਾ ਦਿੰਦੇ ਨੇ, ਤੇ ਅਸੀਂ ਇਹ ਤੇ ਮੰਨਦੇ ਹੀ ਹਾਂ ਕਿ ਜਦੋਂ ਕੁਝ ਇਨਸਾਨ ਚੰਗਾ ਕਰੇ ਭਾਵੇਂ ਬੁਰਾ ਕਰੇ, ਸਵਾਲ ਵੀ ਖੜੇ ਹੁੰਦੇ ਨੇ। ਸੋ ਉਹਨਾਂ ਸਵਾਲਾਂ ਦਾ ਕਿਵੇਂ ਜਵਾਬ ਦੇਣਾ ਚਾਹੋਗੇ ਤੁਸੀਂ? ਦੇਖੋ ਗੱਲ ਕਿ ਹੁਣ ਮੈਨੂੰ ਕਈ ਮੇਰੇ ਯਾਰਾਂ ਤੋਂ ਜਿਹੜੇ ਦਸੀ ਦਾ ਪੈਸੇ ਦੇ ਦਿੰਦੇ ਆ, ਕਈ ਵਾਰ ਕਰਦੇ ਨੇ ਵੀ ਪਤਾ ਨਹੀਂ ਉੱਥੇ ਲੱਗਣੇ ਕਿ ਨਹੀਂ ਲੈਣੇ। ਕੌਨਫੀਡੈਂਸ ਆ ਮਾਲਕ ਤੇ ਵੀ ਗੁਰੂ ਪਿਆਰਿਓ ਦਿਓ, ਜੇ ਤੁਹਾਨੂੰ ਜਦ ਮਰਜੀ ਜਾ ਕੇ ਦੇਖ ਲਓ, ਪੁੱਛ ਲਿਓ, ਨਹੀਂ ਦਿੱਤੇ ਪੈਸੇ ਮੈਂ ਵਾਪਸ ਕਰੂੰਗਾ ਤੁਹਾਡੇ। ਰੱਬ ਤੋਂ ਡਰਦੇ ਕਿ ਨਾ, ਜੇ ਨਹੀਂ ਲੱਗੇ ਪੈਸੇ ਨਹੀਂ ਆਏ ਮੈਂ ਖਾ ਗਿਆ, ਮੈਂ ਪੈਸੇ ਦਊਂਗਾ, ਜਦ ਮਰਜੀ ਲੈ ਲਿਓ। ਜੀ, ਤੁਸੀਂ ਕੀ ਕਹਿੰਦੇ ਹੋ ਜਿਹੜੇ ਕਈ ਵਾਰੀ ਅਫਵਾਹਾਂ ਵੀ ਫੈਲਾਉਂਦੇ ਨੇ? ਕੁਝ ਗਲਤ ਅਫਵਾਹਾਂ ਉਠਾਉਂਦੇ ਆ। ਜੇ ਕੋਈ ਅਫਵਾਹ ਉਠਾਉਂਦਾ ਵੀ ਇੱਥੇ ਆ ਕੇ ਦੇਖੇ ਨਾ ਕੀ ਬਣਦਾ, ਇੱਥੇ ਆ ਕੇ ਪਤਾ ਚੱਲਦਾ ਨਾ। ਅਸੀਂ ਤਾਂ ਬੱਚੇ ਦੇਖ ਕੇ ਉਹ ਰੋਣਾ ਦਾ ਆਉਂਦਾ ਜੀ। ਫਿਰ ਮੈਂ ਇਸ ਤੋਂ ਤਾਂ ਇਲਾਵਾ ਫਿਰ ਬਹੁਤ ਸਾਰੇ ਇਦਾਂ ਦੇ ਲੋਕ ਵੀ ਨੇ ਜਿਹੜੇ ਬਜ਼ੁਰਗ ਨੇ, ਉਹਨਾਂ ਨੂੰ ਕੋਈ ਦੇਖ ਨਹੀਂ ਰਿਹਾ, ਮਾਨਸਿਕ ਹਾਲਤ ਖਰਾਬ ਹੈ, ਸੜਕਾਂ ਦੇ ਉੱਤੇ ਰੁਲਦੇ ਹੁੰਦੇ ਆ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਹੋਸ਼ ਨਹੀਂ ਹੁੰਦਾ ਉਹਨਾਂ ਨੂੰ। ਉਹ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਸਹਾਰਾ ਦਿੱਤਾ। ਤੁਸੀਂ ਉਹਨਾਂ ਨੂੰ ਵੀ ਦੇਖਿਆ? ਨਾਈਸ ਆ ਜੀ ਜੋ ਵੀ ਇੱਥੇ। ਬਹੁਤ ਜੀ ਜੀ, ਮਿਹਰਬਾਨੀ ਜੀ। ਸੋ ਮੇਰੇ ਖਿਆਲ ਨਾਲ ਕਹਿੰਦੇ ਨਾ ਕਿ ਇਹ ਜਿਹੜੀ ਭਾਵਨਾਵਾਂ ਹੁੰਦੀਆਂ ਨੇ ਨਾ, ਉਸ ਨੂੰ ਸ਼ਬਦ ਕਈ ਵਾਰ ਬਿਆਨ ਨਹੀਂ ਕਰ ਪਾਉਂਦੇ, ਔਰ ਇਹ ਹੋ ਸਕਦਾ ਹੈ ਕਿ ਜਿੰਨਾ ਸ਼ਾਇਦ ਇਹਨਾਂ ਨੇ ਬੋਲਿਆ ਹੋਵੇ ਇਸ ਤੋਂ ਕਿਤੇ ਜ਼ਿਆਦਾ ਇਹਨਾਂ ਨੇ ਮਹਿਸੂਸ ਕੀਤਾ ਹੋਵੇ। ਸੋ ਉਹ ਸ਼ਾਇਦ ਦੇਖ ਕੇ ਹੀ ਕਲੀਅਰ ਹੋ ਸਕਦਾ ਹੈ। ਸੋ ਬਹੁਤ ਸਾਰੇ ਜਿਹੜੇ ਸੱਜਣ ਨੇ ਜਿਹੜੇ ਚਾਹੁੰਦੇ ਨੇ ਕਿ ਉਹ ਇੱਕ ਵਾਰੀ ਦੇਖਣ ਜਾਂ ਚਾਹੁੰਦੇ ਨੇ ਕਿ ਉਹ ਸੇਵਾ ਕਰਨ, ਸੋ ਉਹ ਪ੍ਰਭ ਆਸਰਾ ਦੇ ਵਿੱਚ ਕਦੀ ਵੀ ਵਿਜ਼ਿਟ ਕਰ ਸਕਦੇ ਨੇ। ਇੱਥੇ ਆ ਕੇ ਉਹਨਾਂ ਲੋਕਾਂ ਦੇ ਨਾਲ ਮਿਲ ਸਕਦੇ ਨੇ ਜਿਨ੍ਹਾਂ ਨੂੰ ਸ਼ਾਇਦ ਤੁਹਾਡੇ 2 ਘੜੀ ਦੇ ਪਿਆਰ ਦੇ ਨਾਲ ਉਹਨਾਂ ਨੂੰ ਬਹੁਤ ਚੰਗਾ ਮਹਿਸੂਸ ਹੋਵੇ, ਕਿਉਂਕਿ ਉਹਨਾਂ ਨੂੰ ਪਿਆਰ ਔਰ ਸਹਾਰੇ ਦੀ ਹੀ ਲੋੜ ਹੈ।